3 ਮਹੀਨੇ ਪਹਿਲਾਂ ਹਜੇ ਕਾਂਗਰਸ ਨੂੰ ਹਾਰ ਮਿਲੀ। ਉਹ ਲੋਕਾਂ ਦਾ ਗੁੱਸਾ ਠੰਡਾ ਹੋ ਕੇ ਕੀ ਲੱਗਦਾ ਵੀ ਲੋਕ ਸਭਾ ਦੇ ਵਿੱਚ ਹੁਣ ਪਿਆਰ 'ਚ ਬਦਲ ਜੂਗਾ? ਸਾਡੇ ਤੇ ਗੁੱਸਾ ਸੀਗਾ, ਬਿਲਕੁਲ ਮੈਂ ਮੰਨਦਾ ਇਸ ਚੀਜ਼ ਨੂੰ। ਸਾਡੇ ਤੋਂ ਸੰਭਾਲਿਆ ਨਹੀਂ ਗਿਆ ਸਿਸਟਮ, ਇਹ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਜਿਹੜੇ ਲੀਡਰਾਂ ਤੇ ਗੁੱਸਾ ਸੀਗਾ ਉਹ ਲੀਡਰ ਕੁਝ ਕੁ ਤਾਂ ਪਰਾਂ ਹੋ ਗਏ। ਮੇਰੀ ਲੜਾਈ ਜਿਹੜੀ ਇੱਥੇ ਸੀਗੀ ਮੁੱਖ ਮੰਤਰੀ ਸਾਹਿਬ ਨਾਲ ਸੀ। ਸੋ ਬੜੇ ਵਧੀਆ ਤਰੀਕੇ ਨਾਲ ਤਕੜੇ ਹੋ ਕੇ ਲੜੇ, ਹੁਣ ਵੀ ਲੜ ਰਹੇ ਆ ਬਹੁਤ ਵਧੀਆ। ਧੂਰੀ ਚੋਂ ਤੁਸੀਂ ਦੇਖਿਓ ਜਿਹੜੀਆਂ ਗੱਲਾਂ ਹੁੰਦੀਆਂ ਨੇ, ਕੋਈ ਕਹਿੰਦਾ ਮੇਰਾ ਤਾਂ ਮੁਕਾਬਲਾ ਨਹੀਂ ਜੀ ਕਿਸੇ ਨਾਲ, ਮੈਂ ਤਾਂ ਐਂ ਕਰ ਦੂੰਗਾ, ਮੈਂ ਤਾਂ ਐਂ ਕਰ ਦੂੰਗਾ। ਮੈਂ ਤਾਂ ਸਟੂਡੈਂਟ ਪੋਲਿਟਿਕਸ ਤੋਂ ਉੱਠਿਆ ਹੋਇਆ ਤੇ ਮੈਂ ਤਾਂ ਆਪਦੇ ਵਰਕਰਾਂ 'ਚ ਜਾਣ ਪਾਉਣ ਵਾਸਤੇ ਇਹ ਇਲੈਕਸ਼ਨ ਲੜ ਰਿਹਾ। ਪਹਿਲਾਂ ਤੁਸੀਂ ਇੱਕ ਹਲਕੇ ਦੀ ਲੜਾਈ ਲੜੀ, ਹੁਣ 8 ਹਲਕਿਆਂ ਦੀ ਲੜਾਈ ਲੜ ਰਹੇ ਹੋ। ਕੁਝ ਹਲਕੇ ਭਦੌੜ ਵੱਲੋਂ ਚੰਨੀ ਸਾਹਿਬ ਨਹੀਂ ਦਿਖਾਈ ਦਿੱਤੇ, ਉਹ ਖਾਲੀ ਪਿਆ। ਲਹਿਰਾ ਵੀ ਇੱਕ ਤਰ੍ਹਾਂ ਦਾ ਖਾਲੀ ਹੀ ਨਜ਼ਰ ਆਇਆ ਸੀ। ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਹੈ? ਚਾਹੇ 3-4 ਹਲਕਿਆਂ ਦੀ ਗੱਲ ਕਰਦਾ, ਲਹਿਰੇ ਦੀ ਨਹੀਂ ਮੈਂ ਗੱਲ ਕਰ ਰਿਹਾ। ਇਹਦੇ 'ਚ ਇਹ ਹਲਕਿਆਂ ਦੇ ਵਿੱਚ ਲੋਕ ਆਪਣੀ ਸਾਡੀ ਲੀਡਰਸ਼ਿਪ ਤੋਂ ਹੀ ਨਾਰਾਜ਼ ਸੀਗੇ। ਸੋ ਉਹ ਚੀਜ਼ ਦੇਖੋ, ਪਹਿਲੀ ਵਾਰ ਕੋਈ ਇੰਨਾ ਬੋਲਡ ਡਿਸੀਜਨ ਲੈਂਦਾ ਪ੍ਰਧਾਨ ਮੈਂ ਫਸਟ ਟਾਈਮ ਦੇਖਿਆ ਵੀ ਉਧਰੋਂ ਲੋਕ ਸਭਾ ਇਲੈਕਸ਼ਨ ਚੱਲ ਰਹੀ ਹੋਵੇ ਤੇ ਅਸੀਂ ਦੋ ਸਾਡੇ ਹਲਕਾ ਇੰਚਾਰਜਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਈਏ। ਨਵੇਂ ਮੁੰਡਿਆਂ ਦੇ ਆਉਣ ਲਈ ਰਸਤਾ ਖੁੱਲ ਰਿਹਾ, ਪੁਰਾਣੇ ਵਰਕਰਾਂ ਦੇ ਆਉਣ ਲਈ ਰਸਤਾ ਖੁੱਲ ਰਿਹਾ। ਸੋ ਇਹ ਬਹੁਤ ਦਲੇਰੀ ਵਾਲੇ ਕਦਮ ਨੇ। ਤੁਹਾਡੇ 4 ਤੋਂ 5 ਵੱਡੇ ਚਿਹਰੇ ਭਾਜਪਾ 'ਚ ਜਾਂਦੇ ਨੇ, ਤੁਹਾਨੂੰ ਨਹੀਂ ਲੱਗਦਾ ਵੀ ਕਾਂਗਰਸ ਜਿਹੜੀ ਪਾਟੋ ਧਾੜ ਰਹੀ ਹੈ, ਕਾਂਗਰਸ ਹਾਰ ਦਾ ਸ਼ਿਕਾਰ ਹੀ ਤਾਂ ਹੋਈ ਹੈ? ਇਨਸਾਨ ਹਰ ਇੱਕ ਚੀਜ਼ ਨਾਲ ਲੜ ਸਕਦਾ, ਗਰੀਬੀ ਨਾਲ ਲੜ ਸਕਦਾ, ਮਾੜੇ ਹਾਲਾਤਾਂ ਨਾਲ ਲੜ ਸਕਦਾ, ਪਰ ਜਿਹੜਾ ਘਰੇ ਕਲੇਸ਼ ਹੁੰਦਾ ਨਾ, ਬੰਦਾ ਉਹਦੇ ਤੋਂ ਬਹੁਤ ਤੰਗ ਹੁੰਦਾ, ਪਰੇਸ਼ਾਨ ਹੁੰਦਾ। ਸਾਡੇ ਘਰੇ ਕਲੇਸ਼ ਸੀਗਾ ਸਾਡੀ ਪਾਰਟੀ 'ਚ। ਮੈਨੂੰ ਲੱਗਦਾ ਕਿ ਸਾਨੂੰ ਸੁੱਖ ਦਾ ਸਾਹ ਆਇਆ। ਮੈਂ ਸੀਐਮ ਦੇ ਮੂੰਹ ਤੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਣਾ। ਕਹਿੰਦੇ ਜੀ ਇਹ ਕਹਿੰਦੇ ਨੇ ਗੋਲਡੀ ਤਾਂ ਸਾਡਾ ਗੋਲਡ ਆ। ਮੈਂ ਪਰਸਨਲੀ ਮੈਂ ਅੱਜ ਤੱਕ ਕਦੇ ਕਿਸੇ ਬੰਦੇ ਤੋਂ ਵੀ ਪੁਰਾਣੇ ਲੀਡਰ ਮੈਂ ਤੁਹਾਨੂੰ ਕਹਿੰਦੇ ਉਹ ਲੋਹਾ ਜਾਂ ਪਿੱਤਲ ਦੀ ਗੱਲ ਕਹਿੰਦੇ ਜੀ ਵੀ ਇਹ ਗੋਲਡ ਨਹੀਂ, ਇਹਨੂੰ ਤਾਂ 3 ਮਹੀਨੇ ਪਹਿਲਾਂ ਧੂਰੀ ਦੇ ਲੋਕਾਂ ਨੇ ਲੋਹਾ ਬਣਾਤਾ। ਲੋਹੇ ਵਰਗੀ ਮਜ਼ਬੂਤ ਕਿਹੜੀ ਚੀਜ਼ ਆ? ਮੈਨੂੰ ਲੋਹਾ ਬਣਾਇਆ ਮੇਰੇ ਲੋਕਾਂ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਤੁਹਾਨੂੰ ਕੀ ਪਤਾ ਵੀ ਕਿੰਨੀਆਂ ਭੱਠੀਆਂ ਚੋਂ ਤਪ ਕੇ ਬਣਿਆ ਮੈਂ ਤੇ ਕਿਹਾ ਜਾ ਲੋਹਾ ਬਣ ਗਿਆ। ਹੁਣ 7 ਦਿਨਾਂ ਤੋਂ ਰੋਡ ਸ਼ੋਅ ਚੱਲ ਰਹੇ ਨੇ ਸੀਐਮ ਸਾਹਿਬ ਦੇ ਤੇ ਕੱਲ ਕੇਜਰੀਵਾਲ ਸਾਹਿਬ ਆ ਗਏ। ਇੰਨਾ ਡਰ ਲੱਗ ਗਿਆ ਇਹਦੇ ਤੋਂ, ਚਾਹੇ ਲੋਹਾ ਕਹਿ ਦੇਣ ਮੈਨੂੰ, ਚਾਹੇ ਲੱਕੜ ਕਹਿ ਦੇਣ। ਆਪਣਾ ਤਾਂ ਭਰਾਵਾ ਮਿਹਨਤ ਕਰਨ ਦਾ ਫਰਜ਼ ਆ, ਪਰ ਇੱਕ ਲੋਹੇ ਨੇ ਚਾਹੇ ਇੱਕ ਛੋਟੇ ਜਿਹੇ ਨੇ ਸਾਡੀ ਪਾਰਟੀ ਨੇ ਇਹਨਾਂ ਨੂੰ ਸੜਕਾਂ ਤੇ ਲਿਆਤਾ। ਕੇਜਰੀਵਾਲ ਵੀ ਆਏ ਨੇ, ਭਗਵੰਤ ਮਾਨ ਵੀ। ਦੂਜਿਆਂ ਤੇ ਤਵਾ ਲਾਉਣਾ ਤਾਂ ਆਉਂਦਾ ਇਹਨਾਂ ਨੂੰ, ਇਹ ਦੱਸਣ ਤਾਂ ਵੀ ਆਹ ਮਹੀਨੇ ਤੋਂ ਸ਼ੁਰੂ ਹੋਊਗੀ, ਠੀਕ ਹੈ ਨਾ। ਇਹ ਬਾਹਰਲੀਆਂ ਸਟੇਟਾਂ ਤਾਂ ਜਾ ਕੇ ਕਹਿੰਦੇ ਨੇ ਵੀ ਅਸੀਂ ਸ਼ੁਰੂ ਕਰਤਾ ਜੀ ਇਹ ਸਾਰਾ ਕੁਝ। ਪੰਜਾਬ 'ਚ ਸਹੁੰ ਚੁੱਕ ਸਮਾਗਮ ਸੀਗਾ ਤੇ ਬਾਹਰਲੀ ਸਟੇਟਾਂ 'ਚ ਇਹਨਾਂ ਨੂੰ ਐਡ ਦੇਣ ਦੀ, ਪੰਜਾਬ ਦਾ ਪੈਸਾ ਖਰਾਬ ਕਰਨ ਦੀ ਕੀ ਜ਼ਰੂਰਤ ਆ? ਕਿਉਂਕਿ ਕੇਜਰੀਵਾਲ ਸਾਹਿਬ ਉੱਪਰ ਇੱਕ ਫਰੰਟ ਬਣਾ ਕੇ ਪ੍ਰਧਾਨ ਮੰਤਰੀ ਵਾਲੀ ਫੀਲਿੰਗ ਲੈ ਰਹੇ ਨੇ। ਕੈਪਟਨ ਅਮਰਿੰਦਰ ਤੁਹਾਡੇ ਸਾਬਕਾ ਮੁੱਖ ਮੰਤਰੀ ਕਹਿੰਦੇ ਦਲਵੀਰ ਗੋਲਡੀ ਕਿਹੜੇ ਗੱਲ ਦੇ ਵਿਕਾਸ ਦੀ ਗੱਲ ਕਰਦਾ? ਸਾਰਾ ਕੁਝ ਤਾਂ ਕੈਪਟਨ ਦੀ ਸਰਕਾਰ 'ਚ ਕੈਪਟਨ ਨੇ ਕੀਤਾ ਹੈ। ਉਹਨਾਂ ਨੇ ਇੱਕ ਅਮਾਉਂਟ ਦੱਸੀ ਆ ਟਵੀਟ ਕਰਕੇ, ਕਹਿੰਦੇ ਇਹਨਾਂ ਦਾ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਗੋਲਡੀ ਨੇ ਕੀ ਕੀਤਾ? ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਉਹਨੇ ਵੀ ਇਹ ਚੀਜ਼ਾਂ ਕਰਨੀਆਂ ਸੀ। ਉਹਨਾਂ ਨੇ ਪਰਸਨਲ ਤਾਂ ਨਹੀਂ ਕਰੀ ਜਿਵੇਂ ਉਹ ਗੋਲਡੀ ਨੂੰ ਕਹਿ ਰਹੇ ਨੇ। ਇਹ ਤਾਂ ਜਿਹੜੇ ਲੋਕ ਟੈਕਸ ਭਰਦੇ ਨੇ ਉਹਨਾਂ ਦਾ ਪੈਸਾ ਆਪਦਾ ਕਲੇਮ ਕਰਨਾ ਮੈਨੂੰ ਲੱਗਦਾ ਕਿ ਗਲਤ ਆ ਕਿਸੇ ਲਈ ਵੀ। ਇਹ ਚੀਜ਼ ਮੈਂ ਉਹਦੇ ਲਈ ਕਰੀ ਆ। ਜੇ ਨਾ ਸਫਲ ਹੋਏ ਤਾਂ ਫਿਰ ਧੂਰੀ ਛੱਡੋਗੇ ਕੋਈ ਹੋਰ ਹਲਕਾ? ਨਹੀਂ, ਕੋਈ ਹਲਕੇ ਛੱਡਣ ਦੀ ਗੱਲ ਨਹੀਂ ਬਾਈ ਜੀ ਇਹਦੇ 'ਚ, ਕਿਉਂਕਿ ਤਾਂ ਇੱਥੇ ਦਾ ਇੱਥੇ ਖੜਾ, ਚਾਹੇ ਮੈਂ ਜਿੱਤਾਂ ਚਾਹੇ ਮੈਂ ਹਾਰਾਂ। ਮੈਂ ਤਾਂ ਇੱਥੇ, ਮੇਰਾ ਘਰ ਇਹ ਆ, ਮੇਰੀ ਜਨਮ ਭੂਮੀ ਇਹ ਆ, ਮੈਂ ਜੰਮਿਆ ਉਰੇ ਆ, ਮੈਂ ਮਰੂੰਗਾ ਉਰੇ। ਇੱਥੇ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਬਹੁਤ ਸਾਰੇ ਲੀਡਰ ਤੁਸੀਂ ਨੇ ਪਹਿਲਾਂ ਬਣਾ ਲਏ, ਜਿਤਾ ਲਏ, ਇੱਕ ਅੱਧਾ ਮੌਕਾ ਮੇਰੇ ਵਰਗੇ ਬੰਦੇ ਨੂੰ ਵੀ ਦੇ ਕੇ ਦੇਖ ਲਓ, ਸ਼ਾਇਦ ਕੁਛ ਚੰਗਾ ਹੋਵਾਂ। ਨਹੀਂ 1.5 ਸਾਲ ਦੀ ਤਾਂ ਗੱਲ ਆ, ਨਹੀਂ ਚੰਗਾ ਲੱਗੂਗਾ ਲਾ ਕੇ ਪਰਾਂ ਮਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਸੁਰਖਾਬ। ਦੋਸਤੋ, ਇਸ ਵਕਤ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਮੇਰੇ ਨਾਲ ਨੇ। ਦਲਵੀਰ ਗੋਲਡੀ ਤੋਂ ਸਮਝਦੇ ਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ 3 ਮਹੀਨਿਆਂ ਵਿੱਚ ਜਿਹੜੀ ਜ਼ਿਮਨੀ ਚੋਣ ਸੰਗਰੂਰ ਦੀ ਹੋ ਰਹੀ ਆ, ਸਮੀਕਰਨ ਕੀ ਵੇਖਦੇ ਨੇ? ਕਾਂਗਰਸ ਕਿੱਥੇ ਸਟੈਂਡ ਕਰਦੀ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਤਿਆਰੀ ਜਿਹੜੀ ਕੀਤੀ ਗਈ ਸੀ ਉਹ ਲੋਕਾਂ 'ਚ ਪੂਰੀ ਆ ਕਿ ਨਹੀਂ ਆਈ? ਬਾਈ ਜੀ ਪਹਿਲਾਂ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ। ਅਕਸਰ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰਦੇ ਹੋ, ਸਾਡੀ ਗੱਲ ਤੁਸੀਂ ਪਹੁੰਚਾਉਂਦੇ ਹੋ, ਤੁਹਾਡਾ ਧੰਨਵਾਦ ਜੀ। ਭਾਈ 3 ਮਹੀਨੇ ਪਹਿਲਾਂ ਹਜੇ ਕਾਂਗਰਸ ਨੂੰ ਹਾਰ ਮਿਲੀ, ਅਸੀਂ ਹਾਰ ਕਹਿ ਦਿੰਦੇ ਆ, ਜਾਂ ਲੋਕਾਂ ਨੇ ਗੁੱਸਾ ਕੱਢਿਆ ਕਾਂਗਰਸ ਤੇ। ਉਹ ਲੋਕਾਂ ਦਾ ਗੁੱਸਾ ਠੰਡਾ ਹੋ ਕੇ ਕੀ ਲੱਗਦਾ ਵੀ ਲੋਕ ਸਭਾ ਦੇ ਵਿੱਚ ਹੁਣ ਪਿਆਰ 'ਚ ਬਦਲ ਜੂਗਾ? ਜਿਹੜੇ ਲੀਡਰਾਂ ਤੇ ਗੁੱਸਾ ਸੀਗਾ ਉਹ ਲੀਡਰ ਕੁਝ ਕੁ ਤਾਂ ਪਰਾਂ ਹੋ ਗਏ ਤੇ ਬਾਕੀ ਮੇਰੇ ਨਾਲ ਪਿਆਰ ਇਸ ਕਰਕੇ ਆ ਕਿਉਂਕਿ ਮੈਂ ਉਹ ਲੀਡਰਾਂ ਦੇ ਸ਼੍ਰੇਣੀ 'ਚ ਨਹੀਂ ਆਉਂਦਾ ਜਿਨ੍ਹਾਂ ਤੋਂ ਗੁੱਸਾ ਸੀਗਾ। ਸੋ ਮੇਰੀ ਲੜਾਈ ਜਿਹੜੀ ਇੱਥੇ ਸੀਗੀ ਮੁੱਖ ਮੰਤਰੀ ਸਾਹਿਬ ਨਾਲ ਸੀ। ਸੋ ਬੜੇ ਵਧੀਆ ਤਰੀਕੇ ਨਾਲ ਤਕੜੇ ਹੋ ਕੇ ਲੜੇ, ਹੁਣ ਵੀ ਲੜ ਰਹੇ ਆ ਬਹੁਤ ਵਧੀਆ। ਧੂਰੀ ਚੋਂ ਤੁਸੀਂ ਦੇਖਿਓ ਰਿਜ਼ਲਟ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਸਾਰਿਆਂ ਨੂੰ
ਸੋ ਜਿਹੜੇ ਮੇਰੇ ਨਾ ਸੋਸ਼ਲ ਕੰਮ ਕਰੇ ਹੋਏ ਨੇ ਬਾਈ, ਮੇਰੀ ਇਮੇਜ ਇੱਕ ਯਾਨੀ ਕਿ ਟੋਟਲੀ, ਕਿਉਂਕਿ ਸਟੂਡੈਂਟ ਪੋਲਿਟਿਕਸ ਤੋਂ ਆਇਆ, ਸੋ ਸੋਸ਼ਲ ਕੰਮ ਦੇ ਵਿੱਚ ਮੈਂ ਕਦੇ ਮਗਰ ਨਹੀਂ ਹਟਿਆ, ਚਾਹੇ ਕੋਈ ਵੀ ਲੜਾਈ ਹੋਵੇ। ਮੈਨੂੰ ਲੱਗਦਾ ਇਹ ਚੀਜ਼ਾਂ ਤੋਂ ਸਾਡੇ ਲੀਡਰ ਮੁਨਕਰ ਹੋ ਜਾਂਦੇ ਨੇ। ਜਿਹੜਾ ਵਿਸ਼ਵਾਸ ਟੁੱਟ ਗਿਆ ਨਾ ਲੋਕਾਂ ਦਾ, ਜਿਹੜੀ 3 ਮਹੀਨਿਆਂ ਦੀ ਤੁਸੀਂ ਗੱਲ ਕਰਦੇ ਹੋ, ਜਿਵੇਂ ਤੁਸੀਂ ਕਹਿ ਰਹੇ ਹੋ ਸਾਡੇ ਤੇ ਗੁੱਸਾ ਸੀਗਾ, ਬਿਲਕੁਲ ਮੈਂ ਮੰਨਦਾ ਇਸ ਚੀਜ਼ ਨੂੰ, ਸਾਡੇ ਤੋਂ ਸੰਭਾਲਿਆ ਨਹੀਂ ਗਿਆ ਸਿਸਟਮ, ਇਹ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਪਰ ਇਹਨਾਂ ਨੇ ਤਾਂ ਜਮੀ ਯਾਨੀ ਕਿ ਤੁਸੀਂ ਇਹ ਮੰਨ ਲਓ ਵੀ ਮਨੋਬਲ ਹੀ ਟੁੱਟ ਗਿਆ ਇਹਨਾਂ ਦੇ ਵਰਕਰ ਦਾ। ਤਾਂ ਇਹਨਾਂ ਦੇ ਵਰਕਰ ਦਾ ਕੀ, ਇਹਨਾਂ ਦੇ ਜਿਹੜੇ ਇਲੈਕਟਡ MLA ਸਾਹਿਬਾਨ ਨੇ ਉਹਨਾਂ ਦਾ ਵੀ ਮਨੋਬਲ ਟੁੱਟ ਗਿਆ, ਕਿਉਂਕਿ ਬੜਾ ਡਿਕਟੇਟਰਸ਼ਿਪ ਵਾਲਾ ਸਿਸਟਮ ਜਿਵੇਂ ਉਧਰ ਦਿੱਲੀ ਵਾਲੇ ਸਾਡੇ ਭਾਈ ਸਾਹਿਬ ਕਰ ਰਹੇ ਨੇ। ਜਿਵੇਂ ਕੱਲ ਆਪਾਂ ਨੇ ਦੇਖਿਆ ਗੱਡੀ ਦੇ ਵਿੱਚ ਵੀ ਭਗਵੰਤ ਮਾਨ ਜੀ ਕਿੱਥੇ ਸੀਗੇ, ਤੇ ਮੈਂ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਲਾਈਕ ਕਰਦੇ ਸੀ, ਕੇਜਰੀਵਾਲ ਕਰਕੇ ਵੋਟ ਨਹੀਂ ਸੀ ਪਈ ਇੱਥੇ। ਬਟ ਇਹਨਾਂ ਨੇ ਉਹੀ ਚੀਜ਼ ਕਰਕੇ ਆਪਦੇ ਆਪ ਦਾ ਜਿਹੜਾ ਵਰਕਰਾਂ ਨੂੰ ਡਿਮੋਰਲਾਈਜ਼ ਕਰਿਆ। ਸੋ ਜਿਹੜੇ ਇਹਨਾਂ ਨੇ ਵਾਅਦੇ ਕਰੇ ਸੀ ਉਹ ਵਾਅਦਿਆਂ ਤੇ ਇਹ ਯਾਨੀ ਕਿ ਸਟਾਰਟਿੰਗ ਵੀ ਨਹੀਂ ਕਰ ਪਾਏ। ਇਹਨਾਂ ਨੇ ਲੋਕਾਂ ਦਾ ਧਿਆਨ ਡਿਵਰਟ ਕਰਨ ਨੂੰ, ਮੁੱਦਿਆਂ ਤੋਂ ਪਰਾਂ ਕਰਨ ਨੂੰ, ਕਦੇ ਤੁਹਾਡੀ ਬਾਹ ਮਰੋੜਤੀ, ਕਦੇ ਉਹਦੀ ਬਾਹ ਮਰੋੜਤੀ। ਸੋ ਇਹ ਜਿਹੜੀ ਪੋਲਿਟਿਕਸ ਆ, ਇਹ ਪਹਿਲਾਂ ਵੀ ਪੁਰਾਣੇ ਟਾਈਮ 'ਚ ਵੀ ਇਹੀ ਜੀ ਚੱਲਦੀ ਸੀਗੀ। ਸੋ ਇਸ ਵਾਰ ਲੋਕ ਨਵਾਂ ਇੱਕ ਚੀਜ਼ ਚਾਹੁੰਦੇ ਨੇ ਕਿ ਯਾਰ ਐਤਕੀ ਪਾਰਟੀ ਕਾਡਰ ਤੋਂ ਬਿਨਾਂ ਨਾ ਬਹੁਤ ਕੁਝ ਦੇਖਿਆ ਜਾਊਗਾ ਜੀ, ਜਿੱਥੇ ਤੱਕ ਮੈਨੂੰ ਲੱਗਦਾ। ਬਾਕੀ ਤਾਂ ਲੋਕ 26 ਨੂੰ ਹੀ ਦੱਸਣਗੇ ਜੀ ਵੀ ਕੀ ਰਿਜ਼ਲਟ ਆਉਂਦੇ ਨੇ, ਬਟ ਬਹੁਤ ਉਮੀਦਾਂ ਤੇ ਬਹੁਤ ਹੌਸਲਾ ਮਿਲ ਰਿਹਾ ਲੋਕਾਂ ਤੋਂ। ਤੁਹਾਡੀ ਗੱਲ ਕਰੀਏ, ਤੁਸੀਂ ਜਿਸ ਤਰੀਕੇ ਨਾਲ ਪਹਿਲਾਂ ਮੁੱਖ ਮੰਤਰੀ ਦੇ ਖਿਲਾਫ ਸੀ, ਤੁਹਾਨੂੰ ਉੱਥੋਂ ਚਲੋ ਸਫਲਤਾ ਨਹੀਂ ਮਿਲੀ, ਹੁਣ ਇੱਕ ਸਰਪੰਚ ਦੇ ਖਿਲਾਫ ਹੋ ਜਿਹੜੇ ਕਿ ਖੜੇ ਹੋ, ਪਰ ਕਿਹਾ ਇਹ ਜਾ ਰਿਹਾ ਹੈ ਕਿ ਦਲਵੀਰ ਗੋਲਡੀ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪਿਛਲੀ ਵਾਰ ਵੀ ਇੰਟਰਵਿਊ ਕੀਤੀ, ਉਦੋਂ ਵੀ ਇਹ ਸਵਾਲ ਕੀਤਾ ਸੀ ਕਿ ਤੁਹਾਨੂੰ ਨਹੀਂ ਲੱਗਦਾ ਵੀ ਸਿਆਸੀ ਕਤਲ ਹੋ ਰਿਹਾ, ਮੁੱਖ ਮੰਤਰੀ ਦੇ ਵਿਰੁੱਧ ਲੜ ਰਹੇ ਹੋ, ਤੇ ਹੁਣ ਜਿਹੜਾ ਕਿ ਇੱਕ ਸਰਪੰਚ ਵਿਰੁੱਧ ਖੜਾ ਕਰਕੇ ਸਿਆਸੀ ਕਰੀਅਰ ਖਤਮ ਕਰਨ ਦੀ ਕੋਸ਼ਿਸ਼ ਹੈ? ਨਹੀਂ, ਇਹਦੇ ਦੋਵੇਂ ਪੱਖ ਨੇ ਬਈ। ਜੇ ਤਾਂ ਯਾਨੀ ਕਿ ਤੁਸੀਂ ਸੋਚੋਗੇ ਤਾਂ ਇਹਦੇ 'ਚ ਵੀ ਲੋਕਾਂ ਦਾ ਪਿਆਰ ਹੀ ਝਲਕਦਾ ਵੀ ਯਾਰ ਕਿਤੇ ਗੋਲਡੀ ਹਾਰ ਨਾ ਜਾਵੇ, ਲੋਕਾਂ ਨੂੰ ਮੈਂ ਵਧੀਆ ਲੱਗਦਾ ਹੋਊਗਾ, ਸ਼ਾਇਦ ਉਹ ਇਸ ਕਰਕੇ ਕਹਿੰਦੇ ਹੋਣ। ਪਰ ਜੇ ਹੁਣ ਤੁਸੀਂ ਮੈਦਾਨ ਛੱਡ ਕੇ ਭੱਜੋਗੇ ਤਾਂ ਬੰਦਾ ਉਹ ਲੱਗਦਾ ਹੁੰਦਾ, ਮੈਂ ਤਾਂ ਆਪ ਖੜਿਆ ਅੱਗੇ ਵੀ ਮੈਨੂੰ ਖੜਾਓ ਜੀ, ਮੈਂ ਤਿਆਰ ਹਾਂ ਇਲੈਕਸ਼ਨ ਲੜਨ ਦੇ ਲਈ, ਜਦੋਂ ਵੱਡੇ ਵੱਡੇ ਭੱਜ ਰਹੇ ਨੇ। ਸੋ ਮੇਰੇ ਖੜਨ ਦੇ ਨਾਲ ਹਰੇਕ ਉਹ ਵਰਕਰ ਜੋ ਪੁਰਾਣੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਖੜੇ ਸੀਗੇ, ਕਿਸੇ ਕਾਰਨਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਟੁੱਟੇ ਹੋਏ ਸੀ ਉਹ, ਤੇ ਕਿ ਜਿਹੜੇ ਮੇਰੇ ਯਾਨੀ ਕਿ ਨੌਜਵਾਨ ਨੇ ਜਿਹੜੇ ਮੇਰੇ ਨਾਲ ਅਟੈਚ ਨੇ, ਇੱਕ ਉਹ, ਇਹ ਦੋ ਬਹੁਤ ਵੱਡੀਆਂ ਤਾਕਤਾਂ ਇਹ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੀਆਂ ਨੇ। ਸੋ ਮੈਂ ਜਿਹੜੀ ਇੱਕ ਹੌਸਲਾ ਹੀ ਮਿਲਿਆ ਯਾਨੀ ਕਿ ਬੰਦਿਆਂ ਨੂੰ, ਕਿਉਂਕਿ ਨਹੀਂ ਇੱਕ ਵਾਰ ਡਿਮੋਰਲਾਈਜ਼ ਹੋ ਗਏ ਸੀ ਜਿਹੜੇ ਰਿਜ਼ਲਟ ਆਏ ਨੇ। ਹੁਣ ਵਰਕਰ ਦੀ ਤਾਂ ਕੋਈ ਗਲਤੀ ਨਹੀਂ, ਜਿਹੜਾ ਗਰਾਊਂਡ ਰਿਐਲਿਟੀ, ਜਿਹੜਾ ਪਿੰਡ 'ਚ ਮੇਰੇ ਲਈ ਵੋਟ ਮੰਗ ਰਿਹਾ, ਉਹਦੀ ਕੋਈ ਗਲਤੀ ਨਹੀਂ ਹੈਗੀ। ਤੇ ਨਾ ਹੀ ਮੈਂ ਤਾਂ ਕਿੰਨਾ ਡਿਵੈਲਪਮੈਂਟ ਕਰਾਈ ਸੀ, ਹਰੇਕ ਬੰਦਾ ਕਹਿੰਦਾ ਸੀ ਵੀ ਭਾਈ ਗੋਲਡੀ ਚੰਗਾ ਮੁੰਡਾ ਤੇ ਕੰਮ ਵੀ ਵਧੀਆ ਕਰਦਾ। ਬਟ ਸਾਡੇ ਕੁਝ ਹਾਲਾਤ ਹੀ ਪਾਰਟੀ ਦੇ ਅਜਿਹੇ ਬਣ ਗਏ ਕਿ 4-5 ਚਿਹਰੇ ਹੋ ਗਏ, ਉਹ ਸਾਰਿਆਂ ਨੂੰ ਇੱਕ ਦੂਸਰਿਆਂ ਨੂੰ ਯਾਨੀ ਕਿ ਨੈਗੇਟਿਵ ਪੋਲਿਟਿਕਸ, ਜਿਹੜੀ ਬਲੇਮ ਗੇਮ ਚੱਲ ਪਈ, ਅੱਗੇ ਆਉਣ ਦੀ ਰੇਸ ਚੱਲ ਪਈ। ਸੋ ਉਹ ਚੀਜ਼ ਕਰਕੇ ਸਾਨੂੰ ਨੁਕਸਾਨ ਹੋਇਆ ਸੀ। ਬਟ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਰਿਜ਼ਲਟ ਤਾਂ ਦੇਖੋ ਐਵੇਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਕੋਈ ਕਹਿੰਦਾ ਮੇਰਾ ਤਾਂ ਮੁਕਾਬਲਾ ਹੀ ਨਹੀਂ ਜੀ ਕਿਸੇ ਨਾਲ, ਮੈਂ ਤਾਂ ਐਂ ਕਰ ਦੂੰਗਾ, ਮੈਂ ਤਾਂ ਐਂ ਕਰ ਦੂੰਗਾ। ਮੈਂ ਤਾਂ ਸਟੂਡੈਂਟ ਪੋਲਿਟਿਕਸ ਤੋਂ ਉੱਠਿਆ ਹੋਇਆ ਤੇ ਮੈਂ ਤਾਂ ਆਪਦੇ ਵਰਕਰਾਂ 'ਚ ਜਾਣ ਪਾਉਣ ਵਾਸਤੇ ਇਹ ਇਲੈਕਸ਼ਨ ਲੜ ਰਿਹਾ, ਤੇ ਵਰਕਰਾਂ ਨੂੰ ਮੈਂ ਇਕੱਠੇ ਕਰਨ 'ਚ ਕਾਮਯਾਬ ਹੋ ਗਿਆ। ਸਾਡੀ ਪਾਰਟੀ ਪੈਰਾਂ ਸਿਰ ਹੋ ਗਈ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹਾਈ ਕਮਾਂਡ ਆ, ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਰੇ ਜਿੰਨੇ ਸਾਡੇ ਲੀਡਰਸ਼ਿਪ ਆ, ਉਹ ਸਾਰੀ ਮੇਰੇ ਲਈ ਕੰਮ ਕਰ ਰਹੀ ਹੈ ਜੀ, ਠੀਕ ਹੈ। ਤੇ ਇਹਦੇ ਨਾਲ ਬੂਸਟ ਹੁੰਦਾ ਇਨਸਾਨ, ਠੀਕ ਹੈ ਨਾ। ਤੇ ਇਹ ਸਾਡੇ ਲਈ ਪ੍ਰੀਖਿਆ ਦੀ ਘੜੀ ਆ। ਪਰ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਵੀ ਸਾਡੇ ਇਮਤਿਹਾਨ ਦੀ ਘੜੀ ਜ਼ਰੂਰ ਹੈ, ਪੇਪਰ ਜ਼ਰੂਰ ਅਸੀਂ ਕਹਿੰਦੇ ਦੇਣੇ ਆ, 23 ਨੂੰ ਫੈਸਲਾ, 26 ਨੂੰ ਫੈਸਲਾ ਹੋਣਾ। ਪਰ ਕਾਂਗਰਸ ਦੀ ਕੁਝ ਹਲਕਿਆਂ ਦੇ ਵਿੱਚ, ਕਿਉਂਕਿ ਪਹਿਲਾਂ ਤੁਸੀਂ ਇੱਕ ਹਲਕੇ ਦੀ ਲੜਾਈ ਲੜੀ, ਹੁਣ 8 ਹਲਕਿਆਂ ਦੀ ਲੜਾਈ ਲੜ ਰਹੇ ਹੋ। ਕੁਝ ਹਲਕੇ ਭਦੌੜ ਵੱਲੋਂ ਚੰਨੀ ਸਾਹਿਬ ਨਹੀਂ ਦਿਖਾਈ ਦਿੱਤੇ, ਉਹ ਖਾਲੀ ਪਿਆ। ਲਹਿਰਾ ਵੀ ਇੱਕ ਤਰ੍ਹਾਂ ਦਾ ਖਾਲੀ ਹੀ ਨਜ਼ਰ ਆਇਆ ਸੀ, ਬੇਸ਼ੱਕ ਅਖੀਰਲੇ ਦਿਨਾਂ 'ਚ ਐਕਟਿਵ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਹੈ? ਨੁਕਸਾਨ ਬਿਲਕੁਲ ਹੁੰਦਾ ਜੀ, ਬਟ ਕਿਤੇ ਨਾ ਕਿਤੇ ਇਹਦਾ ਫਾਇਦਾ ਵੀ ਆ, ਕਿਉਂਕਿ ਉਹ ਨੁਮਾਇੰਦਿਆਂ ਤੋਂ, ਚਾਹੇ 3-4 ਹਲਕਿਆਂ ਦੀ ਗੱਲ ਕਰਦਾ, ਲਹਿਰੇ ਦੀ ਨਹੀਂ ਮੈਂ ਗੱਲ ਕਰ ਰਿਹਾ ਇਹਦੇ 'ਚ, ਉਹ ਲੋਕਾਂ ਤੋਂ ਥੋੜੇ ਜਿਹੇ, ਜਿਵੇਂ ਸਾਡੇ ਮਹਿਲ ਕਲਾਂ ਸੀ, ਸਾਡੇ ਦਿੜਬਾ ਸੀ, ਸਾਡੇ ਭਦੌੜ ਤੋਂ, ਇਹ ਚੀਜ਼ਾਂ, ਇਹ ਹਲਕਿਆਂ ਦੇ ਵਿੱਚ ਲੋਕ ਆਪਣੀ ਸਾਡੀ ਲੀਡਰਸ਼ਿਪ ਤੋਂ ਹੀ ਨਾਰਾਜ਼ ਸੀਗੇ। ਸੋ ਉਹ ਚੀਜ਼ ਦੇਖੋ, ਪਹਿਲੀ ਵਾਰ ਕੋਈ ਇੰਨਾ ਬੋਲਡ ਡਿਸੀਜਨ ਲੈਂਦਾ ਪ੍ਰਧਾਨ ਮੈਂ ਫਸਟ ਟਾਈਮ ਦੇਖਿਆ ਵੀ ਉਧਰੋਂ ਲੋਕ ਸਭਾ ਇਲੈਕਸ਼ਨ ਚੱਲ ਰਹੀ ਹੋਵੇ ਤੇ ਅਸੀਂ 2 ਸਾਡੇ ਹਲਕਾ ਇੰਚਾਰਜਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਈਏ।
ਸੋ ਇਹ ਇੱਕ ਯਾਨੀ ਕਿ ਕੋਈ ਨਾ ਕੋਈ ਨਵੇਂ ਮੁੰਡਿਆਂ ਦੇ ਆਉਣ ਲਈ ਰਸਤਾ ਖੁੱਲ ਰਿਹਾ, ਪੁਰਾਣੇ ਵਰਕਰਾਂ ਦੇ ਆਉਣ ਲਈ ਰਸਤਾ ਖੁੱਲ ਰਿਹਾ। ਸੋ ਇਹ ਬਹੁਤ ਦਲੇਰੀ ਵਾਲੇ ਕਦਮ ਨੇ। ਸੋ ਅਸੀਂ ਸਾਰੇ ਜਾਣੇ ਬਹੁਤ ਮੈਨੂੰ ਲੱਗਦਾ ਕਿ ਬਹੁਤ ਵਧੀਆ ਤਰੀਕੇ ਨਾਲ ਲੜਾਈ ਲੜ ਰਹੇ ਹਾਂ। ਇਹ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਪਹਿਲਾਂ ਬਹੁਤ ਵਾਰ ਜਿੱਤ ਕੇ ਬਹੁਤ ਵਾਰ ਹਾਰ ਗਏ, ਅੱਜ ਵੀ ਜਿੱਤਾਂਗੇ ਤੇ ਸ਼ਾਇਦ ਫਿਊਚਰ 'ਚ ਫੇਰ ਹਾਰਾਂਗੇ। ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਇੱਕ ਇਨਸਾਨ ਦਲਵੀਰੇ ਚੱਲਦੀਆਂ ਰਹਿਣੀਆਂ, ਜਿੱਤਾਂ ਹਾਰਾਂ ਜ਼ਿੰਦਗੀ ਦਾ ਹਿੱਸਾ ਹੈ। ਪਰ ਜਦੋਂ ਆਪਣੇ ਸਾਥ ਛੱਡਣ, ਉਹ ਵੀ ਅਜਿਹੇ ਵੇਲੇ ਤੁਹਾਡੇ 4 ਤੋਂ 5 ਵੱਡੇ ਚਿਹਰੇ ਭਾਜਪਾ 'ਚ ਜਾਂਦੇ ਨੇ। ਅੱਜ ਭਾਜਪਾ ਲਈ ਰੋਡ ਸ਼ੋਅ ਦੇ ਪ੍ਰਚਾਰ ਕਰ ਰਹੇ ਨੇ, ਕਿਤੇ ਉਹ ਤੁਹਾਡੇ ਲਈ ਪ੍ਰਚਾਰ ਕਰਨਾ ਸੀ। ਤੁਹਾਨੂੰ ਨਹੀਂ ਲੱਗਦਾ ਵੀ ਕਾਂਗਰਸ ਜਿਹੜੀ ਪਾਟੋ ਧਾੜ ਰਹੀ ਹੈ, ਕਾਂਗਰਸ ਹਾਰ ਦਾ ਸ਼ਿਕਾਰ ਹੀ ਤਾਂ ਹੋਈ ਹੈ? ਜੀ ਬਿਲਕੁਲ। ਗਰੁੱਪਿਜ਼ਮ ਹੀ ਇੱਕ ਪਰਿਵਾਰ 'ਚ ਜਦੋਂ ਧੜੇਬੰਦੀ ਪੈਦਾ ਹੋ ਜਾਂਦੀ ਆ, ਕਲੇਸ਼ ਪੈਦਾ ਹੋ ਜਾਂਦਾ, ਇਨਸਾਨ ਹਰ ਇੱਕ ਚੀਜ਼ ਨਾਲ ਲੜ ਸਕਦਾ, ਗਰੀਬੀ ਨਾਲ ਲੜ ਸਕਦਾ, ਮਾੜੇ ਹਾਲਾਤਾਂ ਨਾਲ ਲੜ ਸਕਦਾ, ਕੋਈ ਸਮੇਂ ਦਾ ਪੁੱਠਾ ਗੇੜ ਹੋਵੇ ਉਹਦੇ ਨਾਲ ਲੜ ਸਕਦਾ। ਪਰ ਜਿਹੜਾ ਘਰੇ ਕਲੇਸ਼ ਹੁੰਦਾ ਨਾ, ਬੰਦਾ ਉਹਦੇ ਤੋਂ ਬਹੁਤ ਤੰਗ ਹੁੰਦਾ, ਪਰੇਸ਼ਾਨ ਹੁੰਦਾ। ਸੋ ਜਿਹੜੇ ਇਹ ਸਾਡੇ ਘਰੇ ਕਲੇਸ਼ ਸੀਗਾ ਸਾਡੀ ਪਾਰਟੀ 'ਚ, ਮੈਨੂੰ ਲੱਗਦਾ ਕਿ ਸਾਨੂੰ ਸੁੱਖ ਦਾ ਸਾਹ ਆਇਆ। ਹੁਣ ਇੱਕੋ ਕਮਾਂਡ ਦੇ ਹੇਠਾਂ ਸਾਰਾ ਸਿਸਟਮ ਚੱਲ ਰਿਹਾ ਤੇ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ। ਤੁਸੀਂ ਸੋਚੋ, ਜੇ ਸਾਰੇ ਚਿਹਰੇ ਇਹ ਲੋਕ ਸਭਾ ਲੜਦੇ ਹੁੰਦੇ ਤਾਂ ਤੁਸੀਂ ਦੇਖੋ ਕੀ ਮਾਹੌਲ ਹੋਣਾ ਸੀ। ਕਿਸੇ ਨੇ ਕਿੱਧਰ ਨੂੰ ਟੰਗ ਖਿੱਚਣੀ ਸੀ, ਕੁਛ ਕਰਨਾ ਸੀ। ਮੈਨੂੰ ਬੜੀ ਹੈਰਾਨੀ ਹੋਈ ਜਿਸ ਦਿਨ ਅਸੀਂ ਨੋਮੀਨੇਸ਼ਨ ਫਾਈਲ ਕਰਿਆ। ਮੈਨੂੰ ਲੱਗਦਾ ਸ਼ਾਇਦ ਬੀਜੇਪੀ ਦੇ ਇੱਕ ਬੰਦਾ ਸੀਗਾ ਜੀ, ਤੇ ਬਾਕੀ ਸਾਡੀ ਸਾਰੀ ਜਿਹੜੀ ਕਾਂਗਰਸ ਸੀਗੀ ਉਹ ਖੜੀ ਸੀਗੀ। ਤੇ ਕਈ ਲੀਡਰਾਂ ਲਈ ਨਾ ਮੈਂ ਯੂਨੀਵਰਸਿਟੀ ਤੋਂ ਕੰਮ ਕਰਦਾ ਸੀ, ਜਿਹੜੇ ਬੰਦੇ ਛੱਡ ਕੇ ਗਏ ਨੇ, ਜਿਹੜੇ ਅੱਜ ਮੈਨੂੰ ਮੇਰੇ ਅਗੇਂਸਟ ਜਿਹੜੇ ਨਹੀਂ, ਮੈਂ ਨਾ ਚਲੋ ਛੱਡੋ ਜੀ, ਸਤਿਕਾਰਯੋਗ ਨੇ, ਵੱਡੇ ਨੇ, ਠੀਕ ਹੈ ਨਾ ਜੀ। ਤੇ ਮੈਂ ਉਹੀ ਜੀ, ਤੁਹਾਨੂੰ ਪਤਾ ਮੇਰੀ ਨੇਚਰ ਦਾ, ਸੋ ਉਹਨਾਂ ਨੂੰ ਪਤਾ ਲੱਗ ਰਿਹਾ ਹੋਊਗਾ ਜਿਹੜੀ ਮੈਂ ਗੱਲ ਕਹਿ ਰਿਹਾ। ਹਾਂ, ਯੂਨੀਵਰਸਿਟੀਆਂ ਤੋਂ ਅਸੀਂ ਇੰਨਾ ਪ੍ਰਚਾਰ ਕਰਿਆ, ਯਾਨੀ ਕਿ ਉਸ ਟਾਈਮ ਤੇ ਜਦੋਂ 6-7 ਦੀ ਗੱਲ ਸੀ, ਮੈਂ ਪ੍ਰੈਜ਼ੀਡੈਂਟ ਸੀਗਾ ਉੱਥੇ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ। ਇੱਕ ਲੀਡਰ ਦੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਇਹਦੇ ਵਿੱਚ, ਲਹਿਰੇ ਦੀ ਬੀਬੀ ਜੀ ਨੇ ਮੇਰੇ ਸਾਰੇ ਪ੍ਰੋਗਰਾਮ ਕਰਾਏ, ਨਾਲ ਰਾਹੁਲਿੰਦਰ ਸਿੱਧੂ ਵੀ ਸੀਗੇ ਇਹ, ਤੇ ਉਹਨਾਂ ਨੇ ਨਾ ਮੈਨੂੰ ਲੱਗਦਾ ਕਿ ਇਦੋਂ ਵੱਡੀ ਗੱਲ ਕੋਈ ਨਹੀਂ ਕਹਿ ਸਕਦਾ। ਉਹਨਾਂ ਨੇ ਸਟੇਜ ਤੋਂ ਕਿਹਾ ਹੈ ਇਹ ਕਿ ਮੈਂ ਸ਼ਾਇਦ ਇਲੈਕਸ਼ਨ ਲੜਾਂ ਨਾ ਲੜਾਂ, ਸ਼ਾਇਦ ਮੈਂ ਤੁਹਾਡੇ ਤੋਂ ਅਗਲੀ ਵਾਰ ਵੋਟ ਮੰਗਣ ਵੀ ਨਾ ਆਵਾਂ, ਬਟ ਮੈਂ ਆਹ ਮੁੰਡੇ ਦੀ ਬਾਹ ਤੁਹਾਨੂੰ ਫੜਾਤੀ, ਠੀਕ ਹੈ ਨਾ। ਇਹਨੂੰ ਮੈਂ ਆਪਦੇ ਪੁੱਤਾਂ ਵਾਂਗੂ ਦੇਖਿਆ, ਸੋ ਤੁਸੀਂ ਸਾਰੇ ਇਹਦੀ ਮਦਦ ਕਰੋ। ਮੈਨੂੰ ਲੱਗਦਾ ਕਿ ਇਹ ਜਿਹੜੇ ਗੱਲ ਆ, ਕੋਈ ਆਮ ਲੀਡਰ ਸ਼ਾਇਦ ਨਹੀਂ ਕਹਿ ਸਕਦਾ, ਕਿਉਂਕਿ ਮੈਂ ਰਾਹੁਲ ਤੇ ਮੈਂ ਅਸੀਂ ਦੋਵੇਂ ਦੋਸਤ ਸੀਗੇ ਜੀ ਯੂਨੀਵਰਸਿਟੀ ਟਾਈਮ ਤੋਂ। ਉਦੋਂ ਅਸੀਂ ਜਾਂਦੇ ਆਉਂਦੇ ਵੀ ਰਹਿੰਦੇ। ਚਲੋ ਉਸ ਤੋਂ ਬਾਅਦ ਟਾਈਮ ਮੈਂ ਇੱਧਰ ਬਿਜ਼ੀ ਹੋ ਗਿਆ, ਉੱਧਰ ਬਿਜ਼ੀ ਹੋ ਗਿਆ, ਬਟ ਇਹ ਚੀਜ਼ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਹੀ। ਸੋ ਸਾਡੇ ਸਾਰੇ ਲੀਡਰ ਸਾਹਿਬਾਨ, ਪ੍ਰਤਾਪ ਬਾਜਵਾ ਜੀ ਮਲੇਰਕੋਟਲਾ, ਉਹਨਾਂ ਨੇ ਸੰਭਾਲਿਆ ਹੋਇਆ, ਸਾਡੇ ਵਿਰੋਧੀ ਧਿਰ ਦੇ ਨੇਤਾ ਨੇ, ਸਾਡੇ ਸੀਨੀਅਰ ਲੀਡਰ ਨੇ, ਸਾਰੇ ਐਮਐਲਏ ਸਾਹਿਬਾਨਾਂ ਨੇ, ਜੋ ਮੇਰੇ ਪੁਰਾਣੇ ਸਾਥੀ ਸੀਗੇ, ਸਾਰਿਆਂ ਨੇ। ਇਹ ਮੇਰੀ ਚੋਣ ਨਹੀਂ ਹੈਗੀ, ਮੈਂ ਬੜਾ ਆਪਦੇ ਆਪ ਨੂੰ ਰਿਲੈਕਸ ਫੀਲ ਕਰ ਰਿਹਾ। ਤੁਸੀਂ ਦੇਖਿਆ ਹੋਣਾ ਮੇਰੇ ਤੇ ਜੋ ਐਮਐਲਏ ਦੀਆਂ ਇਲੈਕਸ਼ਨਾਂ ਸੀਗੀਆਂ, ਉਹ ਬੜਾ ਭਾਰ ਜਿਹਾ ਸੀਗਾ, ਕਿਉਂਕਿ ਇਸ ਟਾਈਮ ਤਾਂ ਮੇਰੀ ਲੜਾਈ ਲੜਨ ਲਈ ਮੇਰੇ ਭਰਾ, ਮੇਰੀਆਂ ਭੈਣਾਂ ਬਹੁਤ ਆਪਦੇ ਘਰ ਛੱਡ ਕੇ ਉਰੇ 10-10, 15-15 ਦਿਨ ਤੋਂ ਡੋਰ ਟੂ ਡੋਰ ਕਰ ਰਹੇ ਨੇ। ਸੋ ਇਹ ਇੱਕ ਸਾਈਨ ਆ ਪਾਰਟੀ ਅੱਗੇ ਵਧਣ ਵਾਲੇ ਪਾਸੇ ਨੂੰ ਤੇ ਇੱਕ ਜੁਟਤਾ ਵਾਲੇ ਪਾਸੇ ਨੂੰ। ਕਹਿੰਦੇ ਵੀ ਇੱਕ ਜੁਟਤਾ, ਇੱਕ ਸਾਈਨ ਆ, ਸੰਕੇਤ ਮਿਲ ਗਿਆ ਪਾਰਟੀ ਅੱਗੇ ਵਧ ਰਹੀ ਆ। ਪਰ ਬਹੁਤੇ ਬੰਦੇ, ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਛੱਡ ਚੁੱਕੇ ਆ। ਤੁਹਾਡੇ 1-2 ਮੰਤਰੀਆਂ ਦੀਆਂ ਫਾਈਲਾਂ ਖੁੱਲ ਚੁੱਕੀਆਂ ਨੇ ਜੋ ਭ੍ਰਿਸ਼ਟ ਨੇ, ਈਡੀ ਦੀ ਰਡਾਰ ਤੇ ਨੇ। 2-3 ਨਾਮ ਹੋਰ ਆ ਰਹੇ ਨੇ। ਆਮ ਆਦਮੀ ਪਾਰਟੀ ਕਹਿੰਦੀ ਆ ਵੀ ਇਹ ਸਾਰੇ ਹੀ ਫੜ ਕੇ ਅੰਦਰ ਕਰ ਦੇਣੇ ਨੇ। ਤੁਹਾਨੂੰ ਨਹੀਂ ਲੱਗਦਾ ਵੀ ਕਾਂਗਰਸ ਉੱਤੇ ਇਸ ਟਾਈਮ ਬਹੁਤ ਵੱਡਾ ਪ੍ਰਭਾਵ ਹੈ, ਜਿਹੜਾ ਨਾਰਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬੀਜੇਪੀ ਕਹਿੰਦੀ ਆ ਕਿ ਭਾਰਤ ਮੁਕਤ ਕਾਂਗਰਸ ਕਰਾਂਗੇ, ਪੰਜਾਬ ਤੋਂ ਖਤਮ ਹੁੰਦੀ ਨਜ਼ਰ ਆ ਰਹੀ ਹੈ? ਨਹੀਂ, ਇਹ ਜਿਹੜੀਆਂ ਗੱਲਾਂ ਨੇ ਨਾ, ਹੁਣ ਇਹ ਜਿਹੜੀ ਬਦਲਾਖੋਰੂ ਨੀਤੀ ਆ, ਅਸੀਂ ਹੁਣ 5 ਸਾਲ ਰਹੇ ਪਰ ਕਿਸੇ ਦੀ ਬਾਹ ਨਹੀਂ ਮਰੋੜੀ। ਹੁਣ ਤੁਸੀਂ ਬੈਠੇ ਹੋ ਵੀਰੇ ਜਾਂ ਮੈਂ ਬੈਠਾ, ਤੁਸੀਂ ਸਰਕਾਰ ਚੋਂ ਮੇਰੀ ਬਾਹ ਮਰੋੜ ਲਓ, ਜੋ ਕੋ ਮਰਜ਼ੀ ਲਿਖ ਦੋ, ਅਫਸਰ ਤੁਹਾਡੇ ਨੇ ਘਰ ਤੋਂ ਕੀਤੀ। ਉਹ ਤਾਂ ਇੱਕ ਦਿਖਾਵੇ ਵਾਲੀ ਗੱਲ ਸੀ। ਜੇ ਸ਼ੁਰੂਆਤ ਕਰੀ ਤਾਂ ਫਿਰ ਦਿੱਲੀ ਵਾਲੇ ਹੈਲਥ ਮਿਨਿਸਟਰ ਨੂੰ ਟੰਗਣ ਤਾਂ, ਜਿਹਦੇ ਤੋਂ ਸਾਰਾ ਕੁਝ ਫੜਿਆ ਗਿਆ। ਹੁਣ ਤਾਂ ਕਹਿੰਦੇ ਵੀ ਉਹ ਪਦਮ ਭੂਸ਼ਣ ਕਿਹੜਾ ਅਵਾਰਡ ਹੁੰਦਾ ਵੀ ਉਹ ਦਿਵਾਉਣਾ ਅਸੀਂ ਨੇ, ਠੀਕ ਹੈ ਨਾ, ਉਹਦੇ ਕੋਲੋਂ ਸਾਰਾ ਕੁਝ ਫੜਿਆ ਗਿਆ ਤੇ ਉਹ ਚੀਜ਼ਾਂ ਕਿਉਂ ਨਹੀਂ। ਤੇ ਇਧਰੋਂ ਜਿਹੜੇ ਸਾਡੇ ਸਪੋਜ਼ ਕਰੋ ਮੇਰੇ ਤੋਂ 2 ਗਨਮੈਨ ਲੈ ਲਏ, ਆਮ ਬੰਦੇ ਦਾ ਕੀ ਫਾਇਦਾ ਇਹਦੇ ਚ? ਕਿਸੇ ਗਰੀਬ ਦੇ ਘਰੇ ਰੋਟੀ ਬਣ ਜੂ ਇਸ ਚੀਜ਼ ਨਾਲ, ਕਿਸੇ ਗਰੀਬ ਭੈਣ ਨੂੰ ਚੰਗੀ ਐਜੂਕੇਸ਼ਨ ਮਿਲ ਜੂ, ਕਿਸੇ ਬਿਮਾਰ ਬੰਦੇ ਨੂੰ ਇੱਕ ਚੰਗੀ ਹੈਲਥ ਮਿਲ ਜੂ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਲੋਕਾਂ ਨੂੰ ਨਾ ਇਹਨਾਂ ਨੇ ਨੈਗੇਟਿਵ ਪੋਲਿਟਿਕਸ ਸ਼ੁਰੂ ਕਰੀ, ਇਹਨਾਂ ਨੇ ਟ੍ਰੈਂਡ ਸ਼ੁਰੂ ਕਰਿਆ, ਇਹ ਗਾਲਾਂ ਕੱਢਣੀਆਂ, ਫਲਾਣਾ ਧਮਕਾਉਣਾ, ਨੈਗੇਟਿਵਿਟੀ। ਅੱਜ ਵੀ ਇਹ ਉਹੀ ਨੈਗੇਟਿਵਿਟੀ ਦੇ ਉੱਪਰ ਪੋਲਿਟਿਕਸ ਕਰ ਰਹੇ ਨੇ।
ਇਹੀ ਕਾਰਨ ਆ ਜਿਹੜਾ 3 ਮਹੀਨਿਆਂ ਦੇ ਵਿੱਚ ਇਹਨਾਂ ਦਾ ਗ੍ਰਾਫ ਆ ਜਿਹੜਾ ਉਹ ਬਿਲਕੁਲ ਗਿਰ ਗਿਆ। ਕੱਲ ਵੀ ਤੁਸੀਂ ਨੇ ਸੁਣਿਆ ਹੋਣਾ, ਮੈਂ ਸੀਐਮ ਦੇ ਮੂੰਹ ਤੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਣਾ। ਕਹਿੰਦੇ ਜੀ ਇਹ ਕਹਿੰਦੇ ਨੇ ਗੋਲਡੀ ਤਾਂ ਸਾਡਾ ਗੋਲਡ ਆ। ਮੈਂ ਪਰਸਨਲੀ ਮੈਂ ਅੱਜ ਤੱਕ ਕਦੇ ਕਿਸੇ ਬੰਦੇ ਤੋਂ ਵੀ ਪੁਰਾਣੇ ਲੀਡਰ ਮੈਂ ਤੁਹਾਨੂੰ ਕਹਿੰਦੇ ਉਹ ਲੋਹਾ ਜਾਂ ਪਿੱਤਲ ਦੀ ਗੱਲ ਹੋ ਕਹਿੰਦੇ ਜੀ ਵੀ ਇਹ ਗੋਲਡ ਨਹੀਂ, ਇਹਨੂੰ ਤਾਂ 3 ਮਹੀਨੇ ਪਹਿਲਾਂ ਧੂਰੀ ਦੇ ਲੋਕਾਂ ਨੇ ਲੋਹਾ ਬਣਾਤਾ। ਠੀਕ ਹੈ ਨਾ ਜੀ, ਲੋਹੇ ਵਰਗੀ ਮਜ਼ਬੂਤ ਕਿਹੜੀ ਚੀਜ਼ ਆ? ਮੈਨੂੰ ਲੋਹਾ ਬਣਾਇਆ ਮੇਰੇ ਲੋਕਾਂ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਪਰ ਤੁਹਾਨੂੰ ਕੀ ਪਤਾ ਵੀ ਕਿੰਨੀਆਂ ਭੱਠੀਆਂ ਚੋਂ ਤਪ ਕੇ ਬਣਿਆ ਮੈਂ, ਤੇ ਕਿਹਾ ਜਾ ਲੋਹਾ ਬਣ ਗਿਆ। ਹੁਣ ਗੋਲਡ ਦਾ ਫੇਰ ਵੀ ਆਪਾਂ ਥੋੜਾ ਜਿਹਾ ਮਚੋ ਦਈਏ ਤਾਂ 1 ਮਿੰਟ ਚ ਮੁੱਚ ਜਾਂਦਾ, ਇਹ ਮੁੱਚਣ ਵਾਲਾ ਥੋੜੀ ਆ ਲੋਹਾ। ਸੋ ਇਹ ਮੈਨੂੰ ਲੱਗਦਾ ਵੀ ਇਹੀ ਜੀ ਤਰ੍ਹਾਂ ਦੀ ਸ਼ਬਦਾਵਲੀ ਅੱਜ ਤੁਸੀਂ ਦੇਖਿਓ ਨਾ, ਕੌਨਫੀਡੈਂਸ ਨਹੀਂ ਹੈਗਾ ਬਿਲਕੁਲ ਹੀ। ਠੀਕ ਹੈ, ਜਿੰਨੇ ਰੋਡ ਸ਼ੋਅ ਹੋਏ ਨੇ ਆਪਾਂ ਨੂੰ ਪਤਾ ਹੀ ਆ, ਅੱਜ ਉਹੀ ਚੀਜ਼ਾਂ ਡਲਾ ਤੋਂ ਡਲਾ ਹੋਤਾ ਹੈ ਹੁਣ ਇਹਨਾਂ ਨਾਲ ਹੋਈ ਜਾਂਦੀਆਂ ਨੇ। ਸੋ ਕਿਤੇ ਵੀ ਤੁਸੀਂ ਮੈਨੂੰ ਇੱਕ ਚੀਜ਼ ਦੱਸਿਓ ਕਿ ਵਿਧਾਨ ਸਭਾ ਦੀ ਲੋਕ ਸਭਾ ਦੀ ਚੋਣ ਹੋ ਰਹੀ ਆ, ਸਾਰੇ ਪੰਜਾਬ ਚੋਂ ਕਿਰਾਏ ਤੇ ਬੱਸਾਂ ਕਰਕੇ ਲਿਆ ਕੇ ਸਰਕਾਰ ਨੂੰ ਇਕੱਠ ਕਰਨ ਦੀ ਲੋੜ ਪੈ ਜੇ। ਠੀਕ ਹੈ ਨਾ, ਇਹ ਮੈਂ ਨਹੀਂ, ਇਹ ਪੂਰਾ ਪੰਜਾਬ ਗਵਾਹ ਇਸ ਚੀਜ਼ ਦਾ। ਜਿਹੜੇ ਸ਼ਹਿਰ 'ਚ ਰੈਲੀ ਹੋਈ ਆ, ਠੀਕ ਹੈ ਨਾ, ਉਹਨਾਂ ਨੂੰ ਪਤਾ ਵੀ ਬਾਹਰੋਂ ਲੈ ਕੇ, ਮੈਨੂੰ ਲੱਗਦਾ ਵੀ ਇਦੋਂ ਮਾੜੇ ਹਾਲਾਤ ਤਾਂ ਕੋਈ ਹੋ ਹੀ ਨਹੀਂ ਸਕਦੇ। 7 ਦਿਨਾਂ ਤੋਂ ਰੋਡ ਸ਼ੋਅ ਚੱਲ ਰਹੇ ਨੇ ਸੀਐਮ ਸਾਹਿਬ ਦੇ, ਤੇ ਕੱਲ ਕੇਜਰੀਵਾਲ ਸਾਹਿਬ ਆ ਗਏ, ਇੰਨਾ ਡਰ ਲੱਗ ਗਿਆ ਉਹਦੇ ਤੋਂ। ਉਹੀ ਲੋਹੇ ਤੋਂ ਇੰਨਾ ਡਰਦੇ ਨੇ ਇਹ ਹੈ। ਉਹੀ ਜਿਹੜਾ ਵਿਚਾਰਾ, ਮੈਂ ਤਾਂ ਆਮ ਜਿਹਾ ਬੰਦਾ ਜੀ, ਚਾਹੇ ਲੋਹਾ ਕਹਿ ਦੇਣ ਮੈਨੂੰ, ਚਾਹੇ ਲੱਕੜ ਕਹਿ ਦੇਣ, ਆਪਣਾ ਤਾਂ ਭਰਾਵਾ ਮਿਹਨਤ ਕਰਨ ਦਾ ਫਰਜ਼ ਆ। ਪਰ ਇੱਕ ਲੋਹੇ ਨੇ, ਚਾਹੇ ਇੱਕ ਛੋਟੇ ਜਿਹੇ ਨੇ, ਸਾਡੀ ਪਾਰਟੀ ਨੇ ਇਹਨਾਂ ਨੂੰ ਸੜਕਾਂ ਤੇ ਲਿਆਤਾ। ਹੁਣ ਫਿਰ ਸਨਰੂਫ ਚੋਂ ਬਾਏ ਬਾਏ ਹੁੰਦੀ ਦਿਖਦੀ ਆ। ਜਿਹੜਾ ਅੱਗੇ ਕਹਿੰਦਾ ਸੀਗਾ ਵੀ ਸੱਥਾਂ 'ਚ ਥੋੜੇ ਡੀਸੀ ਆਉਣਗੇ, ਮੈਨੂੰ ਲੱਗਦਾ ਉਹਨਾਂ ਨੇ ਤਾਂ ਕੀ ਆਉਣਾ, ਤੇ ਆਪ ਇਹ ਚੀਜ਼ਾਂ ਖੁਦ ਬਖੁਦ ਦਿਖ ਰਹੀਆਂ ਨੇ, ਸਾਹਮਣੇ ਨਜ਼ਰ ਆ ਰਹੀਆਂ ਨੇ ਵੀ ਕੀ ਹੋ ਰਿਹਾ, ਸਾਹਮਣੇ ਨਜ਼ਰ ਆ ਰਹੀਆਂ ਕੀ ਹੋ ਰਿਹਾ ਹੈ। ਸਿਮਰਜੀਤ ਸਿੰਘ ਮਾਨ ਬਾਰੇ ਕੀ ਕਹਿਣਾ ਆ? ਹਾਲਾਂਕਿ ਬਹੁਤ ਵੱਡਾ ਕਾਫਲਾ ਲੈ ਕੇ ਚੱਲਦੇ ਨੇ, ਉਹ ਕਹਿੰਦੇ ਨੇ ਵੀ ਜੇ ਪੰਜਾਬ ਦਾ ਘਾਣ ਰੋਕਣਾ ਹੈ ਤਾਂ ਮੈਨੂੰ ਸੰਸਦ 'ਚ ਭੇਜੋ। ਕੀ ਲੱਗਦਾ ਹੈ ਤੁਹਾਨੂੰ, ਫਾਈਟ ਲੱਗ ਰਹੀ ਹੈ ਉਹਨਾਂ ਨਾਲ? ਦੇਖੋ ਵੱਡੇ ਨੇ ਜੀ ਬਹੁਤ, ਮੇਰੇ ਤਾਂ ਦਾਦਿਆਂ ਦੀ ਉਮਰ ਦੇ ਨੇ ਜੀ ਉਹ। ਸੋ ਉਹਨਾਂ ਦਾ ਜਿਹੜਾ ਇੱਕੋ ਇਹ ਮੁੱਦਾ ਨਾ ਵੀ ਖਾਲਿਸਤਾਨ, ਮੈਨੂੰ ਲੱਗਦਾ ਪੰਜਾਬ ਇੱਕ ਸਾਰੇ ਧਰਮਾਂ ਦਾ ਪੰਜਾਬ ਆ, ਗੁਲਦਸਤਾ। ਆਪਾਂ ਇੱਕ ਅਲੱਗ ਜਾਤ ਧਰਮ ਸਾਡੇ ਗੁਰੂਆਂ ਨੇ ਖਤਮ ਕਰਤੀ। ਤੁਸੀਂ ਇੱਕ ਪੰਗਤ 'ਚ ਬੈਠ ਕੇ ਲੰਗਰ ਛਕਣ ਵਾਲੀ ਪ੍ਰਥਾ ਉਹਨਾਂ ਨੇ ਸ਼ੁਰੂ ਕਰਤੀ। ਮੈਂ ਉਹਨਾਂ ਦਾ ਸਤਿਕਾਰ ਕਰਦਾ, ਕੋਈ ਇਹ ਗੱਲ ਨਹੀਂ, ਮੇਰਾ ਉਹਨਾਂ ਨਾਲ ਮੁਕਾਬਲਾ ਨਹੀਂ, ਉਹ ਵੱਡੇ ਨੇ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਵੋਟਾਂ ਨੇ, ਲੋਕਾਂ ਨੇ ਫੈਸਲਾ ਕਰਨਾ। ਪਰ ਮੈਨੂੰ ਲੱਗਦਾ ਕਿ ਉਸ ਟਾਈਮ ਤੇ ਜਦੋਂ ਉਹਨਾਂ ਨੂੰ ਬਹੁਤ ਭਾਰੀ ਮਤਾਂ ਨਾਲ ਲੋਕਾਂ ਨੇ ਜਿਤਾਇਆ ਸੀਗਾ, ਉਦੋਂ ਉਹ ਇੱਕ ਗਲਤੀ ਜਿਹੜੀ ਅਜਿਹੀ ਕਰ ਗਏ, ਮੈਨੂੰ ਨਹੀਂ ਪਤਾ ਵੀ, ਮੈਨੂੰ ਉਹ ਪੂਰੀ ਇਨਸੀਡੈਂਟ ਵੀ ਨਹੀਂ ਪਤਾ, ਮੈਂ ਵੀ ਤੁਹਾਨੂੰ ਕਹਿਦਾ ਵੀ ਕੀ ਸੀ। ਬਟ ਜੇ ਉਦੋਂ ਮੌਕਾ ਨਹੀਂ ਸੰਭਾਲ ਸਕੇ ਤਾਂ ਇਸ ਵਾਰ ਥੋੜਾ ਜਿਹਾ ਬਾਕੀ ਤਾਂ ਲੋਕਾਂ ਦੇ ਡਿਪੈਂਡ ਕਰਦਾ ਵੀ ਕੀ ਹੋਣਾ ਕੀ ਨਹੀਂ ਹੋਣਾ। ਸੋ ਮੁਕਾਬਲਾ ਤਾਂ ਜਿਹੜਾ ਸਾਰੇ ਕੈਂਡੀਡੇਟਾਂ 'ਚ ਜਿੰਨੇ ਵੀ ਨੇ। ਨਹੀਂ ਦਲਵੀਰ, ਦੇਖਣ ਨੂੰ ਜੇਕਰ ਰੋਡ ਸ਼ੋਜ਼ ਦੇਖੀਏ ਤਾਂ ਰੋਡ ਸ਼ੋਜ਼ ਨੂੰ ਬਹੁਤ ਵੱਡਾ ਕਾਫਲਾ ਲੈ ਕੇ ਚੱਲਦੇ ਨੇ। ਅੱਜ ਵੀ ਬਹੁਤ ਵੱਡਾ ਕਾਫਲਾ ਸੀ, ਕੱਲ ਪਰਸੋਂ ਲਗਾਤਾਰ ਤਸਵੀਰਾਂ ਦੇਖ ਰਹੇ ਹਾਂ ਅਸੀਂ ਆਪ ਰੋਡ ਸ਼ੋਜ਼। ਨੌਜਵਾਨ ਵਰਗ ਸਿਮਰਜੀਤ ਮਾਨ ਦੇ ਨਾਲ ਬਹੁਤ ਵੱਡਾ ਜੁੜਿਆ ਹੋਇਆ। ਕੀ ਲੱਗ ਰਿਹਾ ਨੌਜਵਾਨ ਇਸ ਵਕਤ ਚਾਹੁੰਦਾ ਕੀ ਹੈ ਫਿਰ? ਇਹਦੇ ਬਾਰੇ ਤਾਂ ਖੈਰ ਉਹ ਨੌਜਵਾਨ ਬਿਹਤਰੀ ਨਾਲ ਗੱਲ ਕਰ ਸਕਦੇ ਨੇ ਜੋ, ਹਾਂ ਨਹੀਂ, ਮੈਨੂੰ ਇਹਦੇ ਬਾਰੇ ਪੂਰਾ ਕਲੈਰਿਟੀ ਨਹੀਂ ਹੈਗੀ ਵੀ ਕਿਉਂ ਇਹ ਚੀਜ਼ ਆ ਜਾਂ ਕਾਫਲਾ। ਤਾਂ ਮੈਂ ਤੁਹਾਨੂੰ ਦੱਸਾਂ, ਕਾਫਲਾ ਤਾਂ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਮੈਂ ਲਗਾਤਾਰ 2 ਦਿਨ ਰੋਡ ਸ਼ੋਅ ਕਰਿਆ ਕਿ ਮੈਂ ਇਸੇ ਕਰਕੇ ਨਹੀਂ ਕਰਿਆ। ਮੇਰੇ ਨਾਲ ਮੈਨੂੰ ਲੱਗਦਾ 20-25 ਹਜ਼ਾਰ ਬੰਦਾ ਤਾਂ ਰੋਡ ਸ਼ੋਅ ਤੇ ਹੀ ਸੀਗਾ। ਠੀਕ ਹੈ ਨਾ, ਤੋ ਇਹ ਚੀਜ਼ਾਂ ਨੂੰ ਅੰਦਾਜ਼ਾ ਨਹੀਂ ਲਗਾਇਆ ਸਕਦਾ ਰੋਡ ਸ਼ੋਅ ਤੋਂ ਵੀ ਤੁਹਾਨੂੰ ਕਿੰਨੀਆਂ ਵੋਟਾਂ ਮਿਲਣਗੀਆਂ ਜਾਂ ਕੀ ਨਹੀਂ। ਅਨਐਕਸਪੈਕਟਡ ਆ ਵਿਧਾਨ ਸਭਾ ਦੇ ਨਤੀਜੇ ਆ, ਇਹਨਾਂ ਨੂੰ ਉਦੋਂ ਬਾਅਦ ਵੈਸੇ ਵਿਸ਼ਵਾਸ ਦਾ ਨਹੀਂ ਹੁੰਦਾ। ਹਾਂ ਬਿਲਕੁਲ ਨਹੀਂ ਹੁੰਦਾ ਜੀ। ਇੰਨੀ ਮਿਹਨਤ ਇੱਕ ਬੰਦੇ ਨੇ ਕਰੀ ਹੋਵੇ ਤੇ 5 ਸਾਲ ਪੂਰੇ ਟੱਬਰ ਨਾਲ ਜਿਹੜੀ ਲੋਕਾਂ ਦੇ ਵਿੱਚ ਆਪਦੀ ਹਾਜ਼ਰੀ ਲਗਵਾਈ ਹੋਵੇ, ਕੰਮਾਂ ਪ੍ਰਤੀ ਵੀ ਮਿਲਣ ਪ੍ਰਤੀ ਵੀ ਕੋਈ ਚੀਜ਼ ਦੀ ਘਾਟ ਬਾਤ ਤਾਂ ਛੱਡੀ ਹੋਈ ਨਹੀਂ ਮੈਂ ਕਿਸੇ ਤਰ੍ਹਾਂ ਦੀ। ਫਿਰ ਵੀ ਇੱਕ ਬੰਦਾ ਯਾਨੀ ਕਿ ਥੋੜੇ ਜਿਹੇ ਦਿਨ ਐਂਡ ਜੇ ਚ ਗੇੜੇ ਲਾ ਕੇ ਤੇ ਉਹ ਬੰਦਾ ਇੰਨੀਆਂ ਵੋਟਾਂ ਨਾਲ ਜਿੱਤ ਜੇ, ਤੇ ਫਿਰ ਹੁਣ ਅਗਲੀਆਂ ਇਲੈਕਸ਼ਨਾਂ ਦੇ ਤਾਂ ਹੀ ਮੈਂ ਕਿਸੇ ਇੰਟਰਵਿਊ 'ਚ ਨਾ ਮੈਂ ਪਹਿਲਾਂ ਕਦੇ ਬੋਲਦਾ, ਕਿਉਂਕਿ ਯੂਨੀਵਰਸਿਟੀ ਤੋਂ ਜਦੋਂ ਮੈਂ ਲੜ ਰਿਹਾ ਬਾਈ, ਮੈਂ ਕਦੇ ਵੀ ਹੰਕਾਰ 'ਚ ਗੱਲ ਨਹੀਂ ਕਰੀ ਕਿ ਉਸ ਤਾਂ ਕਰ ਦਾਂਗੇ ਜੀ, ਇਸ ਤਾਂ ਉਹ ਕਰ, ਉਹ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਜੀ। ਕਿਉਂਕਿ ਦੇਖੋ ਪ੍ਰਮਾਤਮਾ ਤੇ ਲੋਕ ਤੇ ਬਹੁਤ ਵੱਡੀਆਂ ਤਾਕਤਾਂ ਨੇ, ਲੀਡਰ ਬਣਾਉਣ ਵਾਲੀਆਂ ਇਹੀ 2 ਚੀਜ਼ਾਂ ਨੇ। ਲੋਕਾਂ ਤੇ ਮੈਨੂੰ ਪੂਰਾ ਵਿਸ਼ਵਾਸ ਆ, ਮੇਰੇ ਪ੍ਰਮਾਤਮਾ ਤੇ ਮੈਨੂੰ ਪੂਰਾ ਵਿਸ਼ਵਾਸ ਆ। ਸ਼ਾਇਦ ਉਹ ਇਲੈਕਸ਼ਨ ਮੈਂ ਹਾਰਿਆ ਹੀ ਇਸੇ ਕਰਕੇ ਆ ਕਿ ਮੈਨੂੰ ਪ੍ਰਮਾਤਮਾ ਨੇ ਇੱਧਰ ਨੂੰ ਭੇਜਣਾ ਸੀਗਾ, ਤੇ ਇਹ ਜਿਹੜੇ ਮੁੱਦੇ ਸ਼ਾਇਦ ਮੈਨੂੰ ਉਸ ਤੋਂ ਵੱਡੀ ਚੀਜ਼ ਦੇਤੀ ਅੱਜ। ਠੀਕ ਹੈ ਨਾ ਜੀ, ਆਪਾਂ ਤਾਂ ਹਰੇਕ ਚੀਜ਼ ਨੂੰ ਪੋਜ਼ਿਟਿਵ ਲੈਣਾ, ਤੇ ਮੈਂ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਹਰ ਇੱਕ ਚੀਜ਼ ਦੇ ਉੱਤੇ ਜਿਹੜਾ
ਮੁੱਦਿਆਂ ਦੇ ਉੱਪਰ ਲੜਿਆ ਹੋਇਆ, ਸ਼ਾਇਦ ਉਹਨਾਂ ਕਾਰਨਾਂ ਕਰਕੇ ਆ ਟੋਲ ਪਿੱਛੇ ਲੜਾਈ ਲੜੀ, ਉਹਨਾਂ ਕਰਕੇ ਪੈਦਲ ਮੈਂ ਸਿੰਘੂ ਟਿੱਕਰੀ ਜਾ ਸਕਿਆ, ਉਹਨਾਂ ਪਿੱਛੇ ਦਲੇਰੀ ਨਾਲ ਕਰੋਨਾ 'ਚ ਕੰਮ ਕਰ ਸਕਿਆ, ਉਹਨਾਂ ਪਿੱਛੇ ਹੀ ਸ਼ਾਇਦ ਮੈਂ ਖੁਦ ਖੇਡਦਾ ਸੀ ਤਾਂ ਮੈਂ 64 ਗਰਾਊਂਡ ਬਣਾ ਸਕਿਆ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਸੀਗੀਆਂ ਇਹ ਮੈਂ ਇਸੇ ਕਰਕੇ ਕਰ ਸਕਿਆ ਕਿਉਂਕਿ ਮੈਨੂੰ ਯੂਨੀਵਰਸਿਟੀ ਤੋਂ ਇਹ ਗੁੜਤੀ ਮਿਲੀ ਸੀਗੀ। ਸੋ ਮੈਨੂੰ ਲੱਗਦਾ ਕਿ ਮੈਂ ਬੜੀ ਆਜ਼ਾਦ ਸਿਸਟਮ ਦੇ ਨਾਲ, ਮੇਰੇ ਤੇ ਕੋਈ ਬਾਉਂਡੇਸ਼ਨ ਨਹੀਂ, ਜੋ ਵੀ ਲੋਕਾਂ ਨਾਲ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਮੈਂ ਲੋਕ ਸਭਾ ਚੱਕ ਸਕਦਾ। ਇਹਦੇ 'ਚ ਮੈਂ ਬੰਦੀ ਸਿੰਘਾਂ ਵਾਲੀ ਵੀ ਗੱਲ ਕਹਿਣਾ, ਚਾਹੇ ਬੰਦੀ ਸਿੰਘ ਹੋਣ, ਚਾਹੇ ਕੋਈ ਵੀ ਸਾਡਾ ਕਿਸੇ ਵੀ ਕੋਈ ਬੰਦਾ ਹੋਵੇ ਜਿਹਦੀ ਸਜ਼ਾ ਪੂਰੀ ਹੋ ਗਈ ਹੋਵੇ, ਉਹਨੂੰ ਰਿਹਾ ਹੋਣਾ ਬੰਦ ਆ ਉਹਦਾ। ਜੇ ਕਾਨੂੰਨ ਉਹਨੂੰ ਕਹਿ ਰਿਹਾ ਵੀ ਤੁਹਾਡੀ ਸਜ਼ਾ ਪੂਰੀ ਹੋ ਗਈ ਤਾਂ ਮੈਨੂੰ ਲੱਗਦਾ ਇਹ ਮੁੱਦਾ ਤੁਸੀਂ ਵੀ ਚੱਕ ਰਹੇ ਹੋ, ਇਹ ਮੁੱਦਾ ਅਕਾਲੀ ਦਲ ਵੀ ਚੱਕ ਰਿਹਾ, ਅਕਾਲੀ ਦਲ ਦਾ ਫੋਟੋ ਲਾ ਕੇ ਪ੍ਰਚਾਰ ਕਰ ਰਿਹਾ ਆ। ਤੁਹਾਨੂੰ ਲੱਗਦਾ ਵੀ ਲੋਕ ਵਾਕਈ ਉਹ ਅਕਾਲੀ ਦਲ ਚਾਹੁੰਦੇ ਨੇ ਇਸ ਵਕਤ? ਹੁਣ ਨਹੀਂ, ਉਹ ਕਾਫੀ ਜਿਹੜੀ ਇਹਨਾਂ ਦੋਨਾਂ 'ਚ ਤਾਂ ਇਹ ਕੰਟਰੋਵਰਸੀ ਚੱਲ ਰਹੀ ਆ ਮਾਨ ਸਾਹਿਬ ਤੇ ਅਕਾਲੀ ਦਲ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਇਹ ਇੱਕ ਮੁੱਦਾ ਨਹੀਂ, ਬਹੁਤ ਸਾਰੇ ਮੁੱਦੇ ਅਜਿਹੇ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਫੋਕਸ ਕਰਨ ਦੀ ਜ਼ਰੂਰਤ ਆ। ਸਾਡੇ ਸੰਗਰੂਰ ਜ਼ਿਲ੍ਹੇ ਦਾ ਪਾਣੀ ਬਹੁਤ ਜਿਹੜਾ ਲੈਵਲ ਆ ਉਹ ਡਾਊਨ ਹੋ ਗਿਆ, ਅਸੀਂ ਡਾਰਕ ਜ਼ੋਨ 'ਚ ਬੈਠੇ ਆ। ਸਾਡੇ ਕੋਈ ਜਾਣੀ ਕਿ ਚੰਗੀ ਵੱਡੀਆਂ ਇੰਡਸਟਰੀਜ਼ ਹੈਗੀਆਂ ਨੇ ਇੱਥੇ, ਬਟ ਉਹਨਾਂ ਦੇ ਵਿੱਚ ਜਾਣੀ ਕਿ ਸਾਡੇ ਨੌਜਵਾਨਾਂ ਨੂੰ ਨੌਕਰੀ ਦਿਵਾਉਣਾ, ਉਹਨਾਂ ਨਾਲ ਕਿਸਾਨਾਂ ਦਾ ਕੰਟਰੈਕਟ ਕਰਾਉਣਾ, ਜਿਵੇਂ ਇੱਥੇ ਪੈਪਸੀ ਕੰਪਨੀ ਆ, ਉਹ ਆਲੂ ਸਾਰਾ ਬਾਹਰੋਂ ਖਰੀਦਦੇ ਨੇ ਜੀ। ਜੇ ਉਰੇ ਕੋਈ ਬੰਦਾ ਵਧੀਆ ਹੋਵੇ, ਵਿੱਚ ਸਾਰਾ ਸਿਸਟਮ ਬੈਠੇ, ਤਾਂ ਉਹ ਕੰਟਰੈਕਟ ਸਾਡੇ ਉਰੇ ਦੇ ਲੋਕਲ ਕਿਸਾਨਾਂ ਨਾਲ ਹੋ ਸਕਦਾ, ਡਿਵਰਸੀਫਿਕੇਸ਼ਨ ਵੀ ਹੋ ਸਕਦੀ ਆ, ਆਲੂ ਦੀ ਇੱਕ ਨਵੀਂ ਪੈਦਾਵਾਰ ਵੀ ਹੋ ਸਕਦੀ ਆ, ਸਾਨੂੰ ਉਰੇ ਬਹੁਤ ਰਾਹਤ ਮਿਲ ਸਕਦੀ ਆ। ਕਈ ਫੈਕਟਰੀਆਂ ਹੋਰ ਵੀ ਨੇ ਜਿਹੜੀਆਂ ਆਲੇ ਦੁਆਲੇ ਨੇ, ਸਾਡੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਜਿਵੇਂ ਟਰਾਈਡੈਂਟ ਹੋ ਗਿਆ, KRBL ਹੋ ਗਈ, ਪੈਪਸੀ ਹੋ ਗਈ, ਤੇ ਇੱਥੇ ਸਾਡੇ ਰਾਮਗੜੀਆ ਭਾਈਚਾਰੇ ਦੀਆਂ ਬਹੁਤ ਤਕੜੀਆਂ ਫੈਕਟਰੀਆਂ ਨੇ, ਬਹੁਤ ਮਿਹਨਤ ਕਰਨ ਵਾਲੇ ਲੋਕ ਨੇ ਇੱਥੇ ਸਾਡੇ ਏਰੀਏ 'ਚ, ਬਹੁਤ ਚੰਗੀ ਇੰਡਸਟਰੀ ਹੈ, ਯਾਨੀ ਕਿ ਤਕਰੀਬਨ 100 ਤੋਂ ਉੱਪਰ ਤਾਂ ਸ਼ੈਲਰ ਹੋਣਾ। ਤੇ ਪਲਾਸਟਿਕ ਦੀ ਪਾਈਪ ਸਾਡੇ ਬਹੁਤ ਮਸ਼ਹੂਰ ਆ, ਕੰਮ ਕਰਕੇ ਨਹੀਂ ਕੋਈ ਘਾਟ ਹੈਗੀ ਇੱਧਰ ਏਰੀਏ 'ਚ, ਬਟ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਜਿਹੜਾ ਕੰਮ ਆ ਉਹ ਚੀਜ਼ ਕੋਸ਼ਿਸ਼ ਕਰੂੰਗਾ। ਹੁਣ ਕਈ ਨੌਜਵਾਨਾਂ ਨੂੰ ਇਹੀ ਨਹੀਂ ਪਤਾ, ਕਈ ਸਾਡੀਆਂ ਭੈਣਾਂ ਭਰਾਵਾਂ ਨੂੰ ਇਹੀ ਨਹੀਂ ਪਤਾ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਵੀ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ 'ਚ ਕੀ ਫਰਕ ਆ, ਉਹਦੇ 'ਚ ਅਸੀਂ ਕੀ ਲਿਆ ਕੇ ਦੇਵਾਂਗੇ ਉਹਨਾਂ ਨੂੰ। ਉਹ ਵਿਚਾਰੀਆਂ ਅੱਜ ਵੀ ਉਵੇਂ ਭੈਣਾਂ, ਪੈਨਸ਼ਨਾਂ, ਕੱਚੇ ਘਰ, ਉਹਨਾਂ ਦੀਆਂ ਦਿੱਕਤਾਂ ਉਹੀ ਨੇ, ਕਿਉਂਕਿ ਉਹਨਾਂ ਦੀ ਸੋਚ ਉੱਥੇ ਤੱਕ ਆ। ਵਿਚਾਰੇ ਹੋਰ ਉਹ ਕਰਨ ਵੀ ਕੀ, ਉਹਨਾਂ ਨੇ ਹਵਾਈ ਅੱਡਿਆਂ ਤੋਂ ਕੀ ਲੈਣਾ, ਜਿਹਦੇ ਘਰੇ ਰੋਟੀ ਨਹੀਂ ਬਣ ਰਹੀ ਉਹਨੇ ਹਵਾਈ ਅੱਡੇ ਤੋਂ ਕੀ ਲੈਣਾ, ਉਹ ਤਾਂ ਰੋਟੀ ਭਾਲਦਾ। ਗੱਲਾਂ ਕਰਦੇ ਨੇ ਜਿਹੜੇ ਹਵਾਈ ਅੱਡੇ ਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਵਿਕਾਸ ਦਾ ਮਾਡਲ ਦਾ ਨਾਮ ਹੀ ਭਾਜਪਾ। ਅੱਜ ਸਾਡੇ ਧੂਰੀ ਤੋਂ ਵੀ ਕਈ ਬੰਦੇ ਜਿਹੜੇ ਇਹਨਾਂ 'ਚ ਸੀਗੇ ਉਹ ਛੱਡ ਕੇ ਦੂਸਰੀ ਪਾਰਟੀ ਵੱਲ ਨੂੰ ਗਏ ਨੇ। ਇਹ ਜਿਹੜੀਆਂ ਇੱਕ ਸਬਜ਼ ਬਾਗ ਦਿਖਾਉਣੇ, ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, 1000 ਰੁਪਇਆ ਪੈਨਸ਼ਨ ਦੀ ਗੱਲ, ਅੱਜ ਆਮ ਆਦਮੀ ਕਿਉਂ ਨਹੀਂ ਆਪਦੀਆਂ ਸਟੇਜਾਂ ਤੇ ਕਰ ਰਹੀ? ਕੇਜਰੀਵਾਲ ਵੀ ਆਏ ਨੇ, ਭਗਵੰਤ ਮਾਨ ਵੀ, ਦੂਜਿਆਂ ਤੇ ਤਵਾ ਲਾਉਣਾ ਤਾਂ ਆਉਂਦਾ ਇਹਨਾਂ ਨੂੰ, ਇਹ ਦੱਸਣ ਤਾਂ ਵੀ ਆਹ ਮਹੀਨੇ ਤੋਂ ਸ਼ੁਰੂ ਹੋਊਗੀ, ਠੀਕ ਹੈ ਨਾ। ਇਹ ਬਾਹਰਲੀਆਂ ਸਟੇਟਾਂ ਤਾਂ ਜਾ ਕੇ ਕਹਿ ਦਿੰਦੇ ਨੇ ਵੀ ਅਸੀਂ ਸ਼ੁਰੂ ਕਰਤਾ ਜੀ ਇਹ ਸਾਰਾ ਕੁਝ। ਪੰਜਾਬ 'ਚ ਸਹੁੰ ਚੁੱਕ ਸਮਾਗਮ ਸੀਗਾ, ਤੇ ਬਾਹਰਲੀ ਸਟੇਟਾਂ 'ਚ ਇਹਨਾਂ ਨੂੰ ਐਡ ਦੇਣ ਦੀ, ਪੰਜਾਬ ਦਾ ਪੈਸਾ ਖਰਾਬ ਕਰਨ ਦੀ ਕੀ ਜ਼ਰੂਰਤ ਆ? ਕਿਉਂਕਿ ਕੇਜਰੀਵਾਲ ਸਾਹਿਬ ਉੱਪਰ ਇੱਕ ਫਰੰਟ ਬਣਾ ਕੇ ਪ੍ਰਧਾਨ ਮੰਤਰੀ ਵਾਲੀ ਫੀਲਿੰਗ ਲੈ ਰਹੇ ਨੇ। ਠੀਕ ਹੈ, ਉਹ ਥੋੜਾ ਜਿਹਾ ਹੋਰ ਤਰੀਕੇ ਵਾਲੇ ਪਾਸੇ ਨੂੰ ਚੱਲ ਰਹੇ ਨੇ। ਮੈਂ ਤਾਂ ਚਾਹਣਾ ਕਿ ਪੰਜਾਬ ਦਾ ਪੈਸਾ ਪੰਜਾਬ 'ਚ ਰਵੇ, ਪੰਜਾਬ ਦੇ ਲੋਕਾਂ ਤੇ ਲੱਗੇ। 1 ਮਹੀਨੇ ਦਾ 29 ਕਰੋੜ ਰੁਪਇਆ ਐਡ ਮਟੀਰੀਅਲ ਤੇ ਲਾਇਆ, RTI ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਜਿਹੜਾ ਪਤਾ ਲੱਗਿਆ। ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਕਾਂਗਰਸ ਪਾਰਟੀ ਦੀ ਦੇਣਾ, ਰਾਈਟ ਟੂ ਫੂਡ ਸਿਕਿਉਰਿਟੀ ਬਿੱਲ ਕਾਂਗਰਸ ਪਾਰਟੀ ਦੀ ਦੇਣਾ, ਮਨਰੇਗਾ ਅੱਜ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਉਹ ਕਾਂਗਰਸ ਪਾਰਟੀ ਦੀ ਦੇਣਾ। ਸੋ ਇਹੋ ਜਿਹਾ ਮੈਨੂੰ ਇੱਕ ਵੀ ਮਾਡਲ ਇਹ ਦਿਖਾ ਦੇਣ ਵੀ ਇਹਨਾਂ ਨੇ ਕੀ ਕਰਿਆ, ਤੇ ਚਾਹੇ ਸੈਂਟਰ ਦਿਖਾ ਦੇ ਉਹਨਾਂ ਨੇ ਕੀ ਕਰਿਆ। ਐਜੂਕੇਸ਼ਨ 'ਚ ਅਸੀਂ ਅੱਬਲ ਆਏ ਆ, ਪੰਜਾਬ ਅੱਬਲ ਆਇਆ, ਪਰ ਇਹ ਕਹਿੰਦੇ ਨੇ ਜੀ ਵੀ ਸਰਵੇ ਗਲਤ ਆ। ਮੈਂ ਹੈਰਾਨ ਆ ਵੀ ਕਿਤੇ ਦਿੱਲੀ ਨੂੰ ਬੁਰਾ ਨਾ ਲੱਗ ਜੇ ਵੀ ਕਿਤੇ ਦਿੱਲੀ ਤਾਂ ਮਗਰ ਰਹਿ ਗਿਆ। ਇਹ ਤਾਂ ਇੰਨਾ ਕੁ ਜ਼ਿਆਦਾ ਉਹਨਾਂ ਦੇ ਹੇਠਾਂ ਲੱਗ ਗਏ, ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਕਾਰਨ ਆ। ਸ਼ਾਇਦ ਇਹਦੇ ਪਿੱਛੇ ਗੁੱਝੇ ਕੋਈ ਭੇਦ ਹੋਣਗੇ। ਤੁਸੀਂ ਗੁੱਝੇ ਭੇਦਾਂ ਦੀ ਗੱਲ ਕਰਦੇ ਹੋ, ਪਰ ਜਿਹੜੇ ਕੰਮਾਂ ਦੀ ਤੁਸੀਂ ਹੁਣ ਗੱਲ ਕੀਤੀ ਜਾਂ ਤੁਸੀਂ ਕਹਿੰਦੇ ਹੋ ਮੈਂ ਇੱਥੇ 60 ਸਟੇਡੀਅਮ ਬਣਾਤੇ, ਮੈਂ ਆਹ ਕਰਾਤਾ, ਮੈਂ ਰੋਡ ਬਣਾਤੀ। ਕੈਪਟਨ ਅਮਰਿੰਦਰ ਤੁਹਾਡੇ ਸਾਬਕਾ ਮੁੱਖ ਮੰਤਰੀ ਕਹਿੰਦੇ ਦਲਵੀਰ ਗੋਲਡੀ ਕਿਹੜੇ ਗੱਲ ਦੇ ਵਿਕਾਸ ਦੀ ਗੱਲ ਕਰਦਾ? ਸਾਰਾ ਕੁਝ ਤਾਂ ਕੈਪਟਨ ਦੀ ਸਰਕਾਰ 'ਚ ਕੈਪਟਨ ਨੇ ਕੀਤਾ ਹੈ। 30 ਕਰੋੜ ਸਮਥਿੰਗ ਕੋਈ ਉਹਨਾਂ ਨੇ ਇੱਕ ਅਮਾਊਂਟ ਦੱਸੀ ਆ ਟਵੀਟ ਕਰਕੇ, ਕਹਿੰਦੇ ਇਹਨਾਂ ਦਾ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਗੋਲਡੀ ਨੇ ਕੀ ਕੀਤਾ? ਹਾਂ ਬਿਲਕੁਲ, ਦੇਖੋ ਮੁੱਖ ਮੰਤਰੀ ਕਿਹੜੀ ਪਾਰਟੀ ਦੇ ਸੀ? ਉਹ ਕਾਂਗਰਸ ਦੇ ਸੀ। ਮੇਰੇ ਸਤਿਕਾਰਯੋਗ ਨੇ, ਮੈਂ ਉਹਨਾਂ ਬਾਰੇ ਕੁਝ ਨਹੀਂ ਬੁਰਾ ਬੋਲਣਾ ਚਾਹੁੰਦਾ। ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਉਹਨੇ ਵੀ ਇਹ ਚੀਜ਼ਾਂ ਕਰਨੀਆਂ ਸੀ। ਉਹਨਾਂ ਨੇ ਪਰਸਨਲ ਤਾਂ ਨਹੀਂ ਕਰੀ, ਜਿਵੇਂ ਉਹ ਗੋਲਡੀ ਨੂੰ ਕਹਿ ਰਹੇ ਨੇ, ਗੋਲਡੀ ਨੇ ਪਰਸਨਲ ਨਹੀਂ ਕਰਿਆ। ਗੋਲਡੀ ਨੇ ਥੋੜੀ ਕਰਿਆ, ਇਹ ਤਾਂ ਜਿਹੜੇ ਲੋਕ ਟੈਕਸ ਭਰਦੇ ਨੇ ਉਹਨਾਂ ਦਾ ਪੈਸਾ। ਸਾਡਾ ਨੁਮਾਇੰਦਿਆਂ ਦਾ ਫਰਜ਼ ਹੁੰਦਾ ਵੀ ਉਹ ਸਹੂਲਤਾਂ ਸਹੀ ਦੇਣੀਆਂ। ਨਾ ਤਾਂ ਕੈਪਟਨ ਸਾਹਿਬ ਨੇ ਦਿੱਤੀਆਂ ਨੇ,
ਨਾ ਮੈਂ ਦਿੱਤੀਆਂ ਨੇ, ਨਾ ਕਿਸੇ ਹੋਰ ਨੇ ਦਿੱਤੀਆਂ ਨੇ। ਇਹ ਤਾਂ ਜਿਹੜੇ ਚਾਹੇ ਬੀਜੇਪੀ ਵੀ ਕੋਈ ਚੀਜ਼ ਕਰ ਰਹੀ ਹੈ, ਚਾਹੇ ਆਮ ਆਦਮੀ ਵੀ ਕੋਈ ਚੀਜ਼ ਕਰ ਰਹੀ ਆ, ਇਹ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਉੱਪਰ ਲੱਗਦਾ। ਉਹ ਫਿਰ ਸਰਕਾਰਾਂ ਪਲੈਨਿੰਗ ਕਰਦੀਆਂ ਨੇ ਵੀ ਇਹਦੇ 'ਚ ਗਰਾਊਂਡ ਬਣਾਉਣੇ ਨੇ, ਜਾਂ ਇਹਦੇ 'ਚ ਹੈਲਥ ਵਾਸਤੇ ਕੰਮ ਕਰਨੇ ਨੇ, ਜਾਂ ਇਹਦੇ 'ਚ ਐਜੂਕੇਸ਼ਨ ਬਾਰੇ ਕੰਮ ਕਰਨੇ ਨੇ। ਆਪਦਾ ਕਲੇਮ ਕਰਨਾ ਮੈਨੂੰ ਲੱਗਦਾ ਕਿ ਗਲਤ ਆ ਕਿਸੇ ਲਈ ਵੀ। ਇਹ ਚੀਜ਼ ਮੈਂ ਉਹਦੇ ਲਈ ਕਰੀ ਆ। ਹੁਣ ਮੇਰੇ ਬਰਾਬਰ ਦਾ 2 ਵਾਰ ਤੁਰ ਕੇ ਕੋਈ ਲੀਡਰ ਦਿੱਲੀ ਗਿਆ ਹੋਵੇ, ਇੱਕ ਵੀ ਦਿਖਾ ਦਿਓ, ਪੂਰੇ ਹਿੰਦੁਸਤਾਨ 'ਚ ਦਿਖਾ ਦਿਓ, ਪੂਰੇ ਪਰਿਵਾਰ ਨਾਲ ਗਿਆ ਹੋਵੇ। ਸਿੰਘੂ ਤੇ ਟਿੱਕਰੀ ਸਾਡਾ ਸਭ ਤੋਂ ਵੱਡਾ ਐਜੀਟੇਸ਼ਨ ਸੀਗਾ, ਲੀਡਰ ਜਾਣ ਤੋਂ ਡਰਦੇ ਸੀ। ਮੈਂ 4-4 5-5 ਦਿਨ ਤੁਰ ਕੇ, ਇੱਕ ਵਾਰ ਨਵੇਂ ਸਾਲ ਨੂੰ ਤੇ ਇੱਕ ਵਾਰ ਬਿਲਕੁਲ ਐਨ ਆ ਗਰਮੀਆਂ ਦੇ ਵਿੱਚ, ਠੀਕ ਹੈ ਨਾ, ਟੋਲ ਪਲਾਜ਼ਾ ਮੈਂ ਲੜਿਆ, ਆਪਣੀ ਸਰਕਾਰ ਦੇ ਵਿਰੁੱਧ ਹੀ ਲੜਿਆ, ਠੀਕ ਹੈ ਨਾ। ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੁੰਦੇ ਸੀ, ਤਾਂ ਮੇਰੇ ਅਗੇਂਸਟ ਕਾਰਵਾਈ ਕਿਉਂ ਹੋਈ, ਠੀਕ ਹੈ। ਤਾਂ ਪਰ ਜੇ ਲੋਕਾਂ ਨਾਲ ਧੱਕਾ ਹੋਊਗਾ ਮੈਂ ਤਾਂ ਲੜੂੰਗਾ, ਚਾਹੇ ਉਹ ਕੋਈ ਵੀ ਪਾਰਟੀ ਕਿਉਂ, ਕਿਉਂਕਿ ਮੈਂ ਯੂਨੀਵਰਸਿਟੀੋਂ ਪੜ੍ਹਿਆ ਹੋਇਆ ਬਈ, ਤੇ ਮੈਂ ਨਹੀਂ ਇਹ ਸੋਚਣਾ ਵੀ ਯਾਰ ਇਹਦੇ 'ਚ ਕੋਈ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ। ਜੇ ਲੋਕਾਂ ਨਾਲ ਕਿਸੇ ਚੀਜ਼ ਤੇ ਧੱਕਾ, ਤਾਂ ਆਪਾਂ ਲੜਾਈ ਕਰਨਾ ਬਣਦਾ। ਹੁਣ ਮੋਦੀ ਸਾਹਿਬ ਨੇ ਇੱਕਦਮ ਹੀ ਕਰੋਨਾ ਵੇਲੇ ਕਰਫਿਊ ਲਾਤਾ, ਠੀਕ ਹੈ ਨਾ, ਡਿਕਟੇਟਰਸ਼ਿਪ ਵਾਲਾ। ਜੇ ਉਹ ਇੱਕ ਦਿਨ ਦਾ ਸਮਾਂ ਦੇਣ ਦੇ, ਲੋਕ ਆਪਦੇ ਘਰੋਂ ਘਰੀ ਆ ਜਾਂਦੇ। ਕਿੰਨੇ 100 ਮੀਲ ਲੋਕ ਜਿਹੜੇ ਤੁਰ ਕੇ ਗਏ ਬਿਨਾਂ ਪਾਣੀ ਤੋਂ, ਬਿਨਾਂ ਰੋਟੀ ਤੋਂ, ਉਹ ਲੋਕਾਂ ਦੇ ਹਾਲਾਤ ਕੀ। ਇਸੇ ਤਰੀਕੇ ਨਾਲ ਜਿਹੜੀ ਨੋਟਬੰਦੀ ਕਰੀ ਸੀ, ਲੋਕ ਆਪਣੇ ਭੁੱਲ ਜਾਂਦੇ ਨੇ ਜਲਦੀ ਵੀ ਯਾਰ ਪਿੱਛੇ ਕੀ ਹੋਇਆ, ਠੀਕ ਹੈ ਨਾ। ਤਾਜ਼ੀਆਂ ਪੱਕੀਆਂ ਦੇਖਦੇ ਆਪਾਂ, ਠੀਕ ਹੈ ਨਾ। ਪੁਰਾਣੀਆਂ ਸੋਚ ਕੇ ਦੇਖੋ ਵੀ ਕਹੇ ਜੇ ਉਦੋਂ ਕੌਣ ਖੜਿਆ, ਉਦੋਂ ਇਹ ਸਾਡੇ ਮੁੱਖ ਮੰਤਰੀ ਅੱਜ ਦੇ, ਉਦੋਂ ਕਿੱਥੇ ਸੀ? ਇਹ ਲੋਕ ਸਭਾ ਨੂੰ ਰਿਪਰੈਜ਼ੈਂਟ ਕਰ ਰਹੇ ਸੀ। ਕੀ ਇਹਨਾਂ ਨੇ ਇੱਕ ਵੀ ਕਿੱਟ ਕਿਸੇ ਨੂੰ ਦਿੱਤੀ? ਚਾਹੇ ਉਹ ਮੈਡੀਕਲ ਕਿੱਟ ਦੀ ਗੱਲ ਹੋਵੇ, ਚਾਹੇ ਫੂਡ ਕਿੱਟ ਦੀ ਗੱਲ ਹੋਵੇ, ਚਾਹੇ ਕੋਈ ਹੋਰ ਸਹੂਲਤ ਹੋਵੇ। ਮੈਂ 2 ਐਂਬੂਲੈਂਸਾਂ ਚਲਾ ਕੇ ਰੱਖੀਆਂ, ਬਿਨਾਂ ਤੇਲ ਤੋਂ, ਬਿਨਾਂ ਕਿਸੇ ਸਿਸਟਮ ਤੋਂ, ਵੀ ਕਾਲ ਕਰੋ ਤੁਹਾਨੂੰ ਐਂਬੂਲੈਂਸ ਲੈ ਕੇ ਜਾਊਗੀ ਹਰੇਕ ਜਗ੍ਹਾ ਦੇ ਉੱਤੇ। ਮੈਂ ਤੇ ਐਸਡੀਐਮ ਖੁਦ ਸੋਚਦੇ ਸੀ ਵੀ ਜੇ ਬਾਈ ਚਾਂਸ ਇੱਥੇ ਕੋਈ ਡੈਥ ਵਗੈਰਾ ਹੁੰਦੀ ਹੈ, ਕਿਉਂਕਿ ਉਦੋਂ ਲੋਕ ਆਪਦੇ ਰਿਸ਼ਤੇਦਾਰਾਂ ਨੂੰ ਸੰਸਕਾਰ ਨਹੀਂ ਸੀ ਕਰਦੇ ਉਸ ਟਾਈਮ ਦੇ ਉੱਪਰ, ਉਦੋਂ ਖੜਿਆ ਬਾਈ ਮੈਂ। ਤੇ ਅੱਜ ਜੇ ਹੁਣ ਜੇ ਲੋਕਾਂ ਨੂੰ ਮੈਂ ਨਹੀਂ ਪਸੰਦ ਆਉਂਦਾ ਇੰਨੇ ਕੰਮ ਕਰਕੇ ਵੀ, ਤਾਂ ਮੇਰਾ ਤਾਂ ਕੋਈ ਫਾਲਟ ਨਹੀਂ। ਮੈਂ ਤਾਂ ਮਿਹਨਤ ਕਰ ਰਿਹਾ ਨਾ, ਮਿਹਨਤ ਹੀ ਕਰਨੀ ਆ ਬਈ ਸਾਰੀ ਉਮਰ। ਤੁਸੀਂ ਕਹਿੰਦੇ ਮਿਹਨਤ ਕਰਨੀ ਆ। ਮੇਰਾ ਆਖਰੀ ਸਵਾਲ ਹੈ ਇਸ ਚੀਜ਼ ਦੇ ਨਾਲ, ਜੇ ਚਲੋ ਸ਼ੁਭ ਇਛਾਵਾਂ ਸਾਡੇ ਵੱਲੋਂ ਸਾਰਿਆਂ ਲਈ ਹੁੰਦੀਆਂ ਨੇ, ਠੀਕ ਆ, ਤਰੱਕੀ ਕਰੇ ਹਰ ਕੋਈ ਕਰੇ, ਪਰ ਇੱਕ ਚਾਂਸ ਹੁੰਦਾ, ਇੱਕ ਚੀਜ਼ ਹੁੰਦੀ ਹੈ, ਸਵਾਲ ਪੈਦਾ ਹੁੰਦਾ ਵੀ ਜੇ ਨਾ ਸਫਲ ਹੋਏ ਤਾਂ ਫਿਰ ਧੂਰੀ ਛੱਡੋਗੇ ਕੋਈ ਹੋਰ ਹਲਕਾ? ਨਹੀਂ, ਕੋਈ ਹਲਕੇ ਛੱਡਣ ਦੀ ਗੱਲ ਨਹੀਂ ਬਾਈ ਜੀ ਇਹਦੇ 'ਚ, ਕਿਉਂਕਿ ਇਹ ਤਾਂ ਮੈਂ ਲੋਕ ਸਭਾ ਇਲੈਕਸ਼ਨ ਲੜ ਰਿਹਾ। ਸੋ ਧੂਰੀ ਵਾਲਿਆਂ ਨੂੰ ਤਾਂ ਇਹੀ ਬੇਨਤੀ ਹੈ ਵੀ ਤੁਸੀਂ ਨੇ ਬਈ ਸੀਐਮ ਵੀ ਜਿਤਾ ਲਿਆ ਤੇ ਐਤਕੀ ਐਮਪੀ ਵੀ ਜਿਤਾ ਲਓ, ਡਬਲ ਪਾਵਰ ਹੋ ਜੂਗੀ ਤੁਹਾਡੇ ਕੋਲੇ, ਨਾਲੇ ਮੁਕਾਬਲਾ ਹੋ ਜੂਗਾ, ਨਾਲੇ ਪਤਾ ਲੱਗ ਜੂਗਾ ਵੀ ਕਿਹੜਾ ਲੀਡਰ ਤਕੜਾ, ਕਿਹੜਾ ਲੀਡਰ ਵਧੀਆ ਕੰਮ ਕਰਦਾ। ਮਿਹਨਤ ਕਰਨੀ ਆ। ਮੇਰਾ ਆਖਰੀ ਸਵਾਲ ਹੈ ਇਸ ਚੀਜ਼ ਦੇ ਨਾਲ, ਜੇ ਚਲੋ ਸ਼ੁਭ ਇਛਾਵਾਂ ਸਾਡੇ ਵੱਲੋਂ ਸਾਰਿਆਂ ਲਈ ਹੁੰਦੀਆਂ ਨੇ, ਠੀਕ ਆ, ਤਰੱਕੀ ਕਰੇ ਹਰ ਕੋਈ ਕਰੇ, ਪਰ ਇੱਕ ਚਾਂਸ ਹੁੰਦਾ, ਇੱਕ ਚੀਜ਼ ਹੁੰਦੀ ਹੈ, ਸਵਾਲ ਪੈਦਾ ਹੁੰਦਾ ਵੀ ਜੇ ਨਾ ਸਫਲ ਹੋਏ ਤਾਂ ਫਿਰ ਧੂਰੀ ਛੱਡੋਗੇ ਕੋਈ ਹੋਰ ਹਲਕਾ? ਨਹੀਂ, ਕੋਈ ਹਲਕੇ ਛੱਡਣ ਦੀ ਗੱਲ ਨਹੀਂ ਬਾਈ ਜੀ ਇਹਦੇ 'ਚ, ਕਿਉਂਕਿ ਇਹ ਤਾਂ ਮੈਂ ਲੋਕ ਸਭਾ ਇਲੈਕਸ਼ਨ ਲੜ ਰਿਹਾ। ਸੋ ਧੂਰੀ ਵਾਲਿਆਂ ਨੂੰ ਤਾਂ ਇਹੀ ਬੇਨਤੀ ਹੈ ਵੀ ਤੁਸੀਂ ਨੇ ਬਈ ਸੀਐਮ ਵੀ ਜਿਤਾ ਲਿਆ ਤੇ ਐਤਕੀ ਐਮਪੀ ਵੀ ਜਿਤਾ ਲਓ, ਡਬਲ ਪਾਵਰ ਹੋ ਜੂਗੀ ਤੁਹਾਡੇ ਕੋਲੇ, ਨਾਲੇ ਮੁਕਾਬਲਾ ਹੋ ਜੂਗਾ, ਨਾਲੇ ਪਤਾ ਲੱਗ ਜੂਗਾ ਵੀ ਕਿਹੜਾ ਲੀਡਰ ਤਕੜਾ, ਕਿਹੜਾ ਲੀਡਰ ਵਧੀਆ ਕੰਮ ਕਰਦਾ। ਤੁਹਾਡੇ ਕੋਲੇ ਆਪਸ਼ਨ ਵੀ ਹੋ ਜੂ। ਮੁੱਖ ਮੰਤਰੀ ਦਾ ਤੁਹਾਨੂੰ ਮਿਲਦਾ ਨਹੀਂ, 3 ਮਹੀਨੇ ਹੋ ਗਏ, ਉਹ ਤਾਂ ਆਇਆ ਨਹੀਂ। ਹੁਣ ਕੱਲ ਜਦੋਂ ਮੈਂ ਨੰਗੇ ਪੈਰੀ ਦੁਆਰੇ ਡੋਰ ਟੂ ਡੋਰ ਕਰਿਆ, ਉਸ ਤੋਂ ਬਾਅਦ ਅੱਜ ਦੀ ਮੀਟਿੰਗ ਇਹਨਾਂ ਨੇ ਉਰੇ ਰੱਖ ਲਈ। ਸੋ ਮੈਂ ਤਾਂ ਇੱਥੇ ਦਾ ਇੱਥੇ ਖੜਾ, ਚਾਹੇ ਮੈਂ ਜਿੱਤਾਂ ਚਾਹੇ ਮੈਂ ਹਾਰਾਂ, ਮੈਂ ਤਾਂ ਇੱਥੇ, ਮੇਰਾ ਘਰ ਇਹ ਆ, ਮੇਰੀ ਜਨਮ ਭੂਮੀ ਇਹ ਆ, ਮੈਂ ਜੰਮਿਆ ਉਰੇ ਆ, ਮੈਂ ਮਰੂੰਗਾ ਉਰੇ, ਠੀਕ ਆ। ਪੋਲੀਟੀਕਲ ਸੀਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਸਮਾਂ ਦੱਸੂਗਾ ਵੀ ਕੀ ਪਤਾ, ਆਪਾਂ ਨੂੰ ਤਾਂ ਵੀ ਘੰਟੇ ਦਾ ਨਹੀਂ ਪਤਾ ਵੀ ਕੀ ਹੋ ਜੇ, ਬਟ ਉਹ ਫਿਊਚਰ ਦੇਖਾਂਗੇ ਵੀ ਕਿੱਧਰ ਨੂੰ ਜ਼ਿੰਦਗੀ ਆਪਾਂ ਨੂੰ ਲੈ ਕੇ ਜਾਂਦੀ ਆ। ਪਰ ਮਿਹਨਤ ਕਰਨਾ, ਲੋਕਾਂ ਦੇ ਹੱਕਾਂ ਲਈ ਲੜਾਈ ਲੜਨੀ, ਤੇ ਸਾਡੇ ਤਾਂ ਖੂਨ 'ਚ ਇਹੀ ਚੀਜ਼ ਆ ਜੀ, ਕਿਉਂਕਿ ਹਿੰਮਤ, ਮੈਨੂੰ ਕਿਹੜਾ ਕੋਈ ਪੋਲੀਟੀਕਲੀ ਬੈਕਗ੍ਰਾਉਂਡ ਆ ਬਈ ਸਾਡੀ। ਮੈਂ 2002 ਤੋਂ ਲੱਗਿਆ ਹੋਇਆ, ਤੇ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਵਾਂ। ਜਿਹੜੇ ਅੱਜ ਮੁੱਖ ਮੰਤਰੀ ਨੇ, ਇਹ ਸਰਦਾਰ ਭਗਵੰਤ ਸਿੰਘ ਮਾਨ 2006 ਦੇ ਵਿੱਚ ਸਾਡੀ ਰੁਖਸਤ ਫੰਕਸ਼ਨ ਦੇ ਵਿੱਚ ਐਜ਼ ਅ ਸੈਲੀਬ੍ਰਿਟੀ ਆਏ ਸੀ, ਤੇ ਮੈਂ ਉਦੋਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ, ਠੀਕ ਹੈ। ਮੈਂ ਹਜੇ ਹੌਲੀ 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 ਪੂਰੇ ਐਮਪੀ ਤੱਕ ਪਹੁੰਚਿਆ 20 ਸਾਲਾਂ 'ਚ। ਇਹਨਾਂ ਦੇ ਕਿਸਮਤ ਤੇਜ਼ ਸੀ ਜਾਂ ਭਾਗ ਤੇਜ਼ ਸੀ, ਜਾਂ ਕਹਿ ਦਈਏ ਵੀ ਕੋਈ ਕੁਝ ਵੀ ਇਹਦਾ ਕਾਰਨ ਮੰਨ ਲਈਏ, ਅੱਜ ਇਹ ਮੁੱਖ ਮੰਤਰੀ ਨੇ, ਠੀਕ ਹੈ। ਤੇ ਜਿਹੜੀਆਂ ਇਹ ਚੀਜ਼ਾਂ ਨੇ, ਇਹ ਸਮੇਂ ਦੀ, ਮੁਕੱਦਰਾਂ ਦੀ ਗੱਲ ਆ, ਠੀਕ ਹੈ। ਤੇ ਜੇ ਸੱਚੇ ਮਨ ਨਾਲ ਮਿਹਨਤ ਕਰਾਂਗੇ, ਕੰਮ ਕਰਾਂਗੇ, ਮਿਹਨਤ ਦੀ ਤਾਂ ਮੇਰੇ 'ਚ ਕੋਈ ਕਮੀ ਨਹੀਂ। ਮੇਰੇ ਨਾਲ ਬਰਾਬਰ 5-6 ਕੈਂਡੀਡੇਟ ਆਪਦੇ ਕੰਮ ਰੱਖ ਲੈਣ, ਜੇ ਮੈਂ ਘੱਟ ਹੋਵਾਂ ਤਾਂ ਕਹਿ ਦੇਣ। ਤੇ ਹੁਣ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਵੋਟ ਪੈਣੀ ਆ,
ਜਿਵੇਂ ਮੈਨੂੰ ਲੱਗ ਰਿਹਾ, ਠੀਕ ਹੈ ਨਾ ਜੀ। ਜੇ ਇੱਕ ਐਮਐਲਏ ਇੱਕ ਖੇਡ ਨੂੰ ਪ੍ਰਮੋਟ ਕਰ ਸਕਦਾ, ਜੇ ਇੱਕ ਐਮਐਲਏ ਇੱਕ ਟੋਲ ਪਿੱਛੇ ਲੜ ਸਕਦਾ, ਜੇ ਇੱਕ ਐਮਐਲਏ ਸਭ ਤੋਂ ਵੱਡੇ ਸੰਘਰਸ਼ ਜਾ ਸਕਦਾ, ਸਾਰੇ ਕਿਉਂ ਨਹੀਂ ਕਰ ਸਕਦੇ? ਜੇ ਸਾਰੇ ਕਰ ਦੇਣ ਤਾਂ ਲੋਕ ਜਿਹੜੇ ਲੀਡਰਾਂ ਨੂੰ ਭਾਲਦੇ ਫਿਰਦੇ ਨੇ ਉਹਨਾਂ ਨੂੰ ਲੀਡਰ ਮਿਲ ਜਾਣ ਉਹ, ਠੀਕ ਹੈ ਨਾ। ਪਰ ਇੱਥੇ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਬਹੁਤ ਸਾਰੇ ਲੀਡਰ ਤੁਸੀਂ ਨੇ ਪਹਿਲਾਂ ਬਣਾ ਲਏ, ਜਿਤਾ ਲਏ, ਇੱਕ ਅੱਧਾ ਮੌਕਾ ਮੇਰੇ ਵਰਗੇ ਬੰਦੇ ਨੂੰ ਵੀ ਦੇ ਕੇ ਦੇਖ ਲਓ, ਸ਼ਾਇਦ ਕੁਛ ਚੰਗਾ ਹੋਵਾਂ। ਨਹੀਂ 1.5 ਸਾਲ ਦੀ ਤਾਂ ਗੱਲ ਆ, ਨਹੀਂ ਚੰਗਾ ਲੱਗੂਗਾ ਲਾ ਕੇ ਪਰਾਂ ਮਾਰਿਓ, ਨਵਾਂ ਬੰਦਾ ਬਣਾ ਲਿਓ। ਠੀਕ ਹੈ, ਇਹ ਫੈਸਲਾ ਲੋਕਾਂ ਨੇ ਕਰਨਾ ਆ। ਹੁਣ ਦੇਖਣਾ ਆ ਕਿ 23 ਤਰੀਕ ਦਾ ਫੈਸਲਾ, ਜਿਹੜੀ 26 ਨੂੰ ਕਿਸਮਤ ਖੁੱਲਣੀ ਆ, ਲੋਕਾਂ ਦੀ ਡੱਬਿਆਂ ਦੀ ਬੰਦ ਹੋਊਗੀ, ਉਹਦਾ ਨਤੀਜਾ ਕੀ ਨਿਕਲੂਗਾ, ਕਿਸ ਦੇ ਸਿਰ ਤੇ ਤਾਜ ਸੱਚੂਗਾ ਤੇ ਕਿਸ ਨੂੰ ਦੁਬਾਰਾ ਮਿਹਨਤ ਕਰਨ ਦੀ ਲੋੜ ਪਊਗੀ। ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਧੂਰੀ।